दलित कार्ड ਜਿਹੜੀ ਹੁਣ ਰਿਜ਼ਰਵ ਸੀਟਾਂ ਆ ਉੱਤੇ ਕੌਣ ਲੜੇਗਾ 34 ਸੀਟਾਂ ਜੇ ਰਿਜ਼ਰਵ ਤਾਂ ਰਿਜ਼ਰਵ ਦੇ ਵਿੱਚੋਂ ਇੱਕ ਮੈਂ ਵੀ ਲੜਨਾ ਹੈ। ਫਗਵਾੜੇ ਦੀ ਜੇਕਰ ਗੱਲ ਕਰੀਏ ਤਾਂ ਉੱਥੇ ਗੋਟਬਾਜੀ ਸੀ। ਅੱਜ ਵੀ ਦੋ ਧੜੇ ਗਿਣੇ ਜਾਂਦੇ ਨੇ, ਸਾਂਪਲਾ ਧੜਾ ਤੇ ਸੋਮ ਪ੍ਰਕਾਸ਼ ਧੜਾ। ਕਿਸੇ ਨੂੰ ਮੰਨਣ ਮਨਾਉਣ ਦੀ ਗੱਲ ਨਹੀਂ ਹੁੰਦੀ। ਅਸੀਂ ਕੱਲ ਇਕੱਠੇ ਬੈਠੇ ਸੀ। ਸਾਂਪਲਾ ਜੀ, ਤੁਸੀਂ ਵੀ ਸਾਬਕਾ ਕੇਂਦਰੀ ਮੰਤਰੀ ਰਹੇ ਹੋ। ਸੋਮ ਪ੍ਰਕਾਸ਼ ਜੀ ਵੀ ਫਗਵਾੜੇ ਤੋਂ ਚੁਣੇ ਗਏ ਪਹਿਲਾਂ, ਫਿਰ ਉਹ ਕੇਂਦਰੀ ਰਾਜ ਮੰਤਰੀ ਬਣ ਗਏ। ਫਗਵਾੜੇ ਦਾ ਰਾਸਤਾ ਕੇਂਦਰ ਨੂੰ ਬੜਾ ਜਲਦੀ ਜਾਂਦਾ ਹੈ। ਮੈਂ ਕਿਸੇ ਨੇ ਕੀ ਕੀਤਾ ਕੀ ਨਹੀਂ ਕੀਤਾ ਮੈਂ ਉਹਦੇ ਤੇ ਨਹੀਂ ਜਾ ਰਿਹਾ। ਮੈਂ ਕੀ ਕਰਾਂਗਾ, ਮੈਂ ਇਹ ਕਹਾਂਗਾ ਕਿ ਮੈਂ ਲੋਕਾਂ ਦਾ ਪਹਿਲਾ ਵਿਸ਼ਵਾਸ ਜਿੱਤਿਆ, ਉਹਨਾਂ ਦੇ ਵਿਸ਼ਵਾਸ ਤੇ ਖਰਾ ਉਤਰਿਆ ਔਰ ਗਾਹਾਂ ਖਰਾ ਉਤਰਾਂਗਾ। ਇਹ ਕਹਿਣਾ ਮੇਰਾ ਜਿਹੜੀ ਡਿਊਟੀ ਬਣਦੀ ਹੈ, ਨਾ ਕਿ ਮੈਂ ਉਹਨਾਂ ਨੂੰ ਕੁਰੇਦਾਂ। ਮੈਂ ਉਨੀ એનર્ਜੀ ਜਿੰਨੀ ਉਹਨਾਂ ਨੂੰ ਕੁਰੇਦਾਂ ਚਲਾਵਾਂ, ਉਨੀ ਉਸ ਤੋਂ ਵੱਧ એનર્ਜੀ ਮੈਂ ਕਿਉਂ ਨਾ ਉਹਦੇ ਆਪਣੇ ਹਲਕੇ ਦੇ ਫਗਵਾੜੇ ਦੇ। ਸਾਂਪਲਾ ਸਾਹਿਬ, ਕਿਤੇ ਨਾ ਹੋਵੇ ਕਿ ਸਵੇਰੇ ਧਾਲੀਵਾਲ ਸਾਹਿਬ ਲੱਡੂ ਲੈ ਕੇ ਤੁਹਾਡੇ ਘਰ ਮੋਰੇ ਖੜੇ ਹੋਣ। ਲਗਾਤਾਰ ਦੋਸ਼ ਤਾਂ ਇਹ ਵੀ ਲੱਗਦੇ ਰਹੇ ਨੇ ਭਾਜਪਾ ਸਰਕਾਰ ਦੇ ਉੱਪਰ ਕਿ ਫਿਰਕੂ ਦੇ ਆਧਾਰ ਤੇ ਧਰੂਵੀਕਰਨ ਕੀਤਾ ਜਾਂਦਾ ਹੈ, ਧਰਮ ਦੀ ਰਾਜਨੀਤੀ ਕੀਤੀ ਜਾਂਦੀ ਹੈ। ਜਦਕਿ ਤੁਹਾਡੇ ਮੀਡੀਆ ਦੇ ਲੋਕ ਵੀ ਇਹ ਕਹਿੰਦੇ ਸੀ ਕਿ ਬੀਜੇਪੀ ਦਬੂ ਕਿਉਂ ਆ। ਅਸੀਂ ਦਬੂ ਨਹੀਂ ਸੀ, ਅਸੀਂ ਪੂਰੀ ਤਰ੍ਹਾਂ ਤੇ ਅਕਾਲੀ ਦਲ ਤੇ ਨਿਰਭਰ ਸੀਗੇ। ਜਦੋਂ ਸਾਨੂੰ ਲੋੜ ਪਈ ਤੇ ਸਭ ਤੋਂ ਪਹਿਲਾਂ ਸਾਨੂੰ ਧੋਖਾ ਕਿਸੇ ਨੇ ਦਿੱਤਾ ਤਾਂ ਉਹ ਅਕਾਲੀ ਦਲ ਸੀ। ਉਹ ਤਾਂ ਪਹਿਲਾਂ ਵਕਾਲਤ ਕਰਦੇ ਸੀ ਇਹਨਾਂ ਬਿੱਲਾਂ ਦੀ। ਬਿਲਕੁਲ, ਪਹਿਲਾਂ ਤਾਂ ਉਹਨਾਂ ਨੂੰ ਚੰਗੇ ਲੱਗਦੇ ਸੀ, ਪਰ ਜਦੋਂ ਦੇਖਿਆ ਕਿ ਵੀ ਉਧਰਲੇ ਪਾਸੇ ਆਕਰੋਸ਼ ਵੱਧ ਰਿਹਾ, ਜਿੱਥੇ ਉਹਨਾਂ ਨੂੰ ਚਾਹੀਦਾ ਸੀ ਕਿ ਇਹ ਜਾ ਕੇ ਸਾਡੀ ਵਕਾਲਤ ਕਰਕੇ ਉਹਨਾਂ ਨੂੰ ਸਮਝਾਉਂਦੇ, ਉਹ ਸਮਝਾਉਣ ਦੀ ਬਜਾਏ ਉਹਨਾਂ ਦੇ ਨਾਲ ਜਾ ਰਲੇ, ਜਿਹਦਾ ਨੁਕਸਾਨ ਜਿਹੜਾ ਆ ਉਹ ਪੰਜਾਬ ਨੂੰ ਵੀ ਹੋਇਆ ਤੇ ਭਾਜਪਾ ਨੂੰ ਵੀ ਹੋਇਆ, ਅਕਾਲੀ ਦਲ ਨੂੰ। ਪਰ ਇੱਥੇ ਤਾਂ ਦੋ ਹੀ ਚੀਜ਼ਾਂ ਹੈ, ਜਾਂ ਤਾਂ ਗਾਲਾਂ ਵਾਲਾ ਕੱਢ ਲਓ, ਉਲਟਾ ਸਿੱਧਾ ਬੋਲ ਲਓ। ਕੋਈ ਮੁੱਛਾਂ ਨੂੰ ਤਾ ਦੇਈ ਜਾਂਦਾ, ਕੋਈ ਬਾਹਾਂ ਖੜੀਆਂ ਕਰੀ ਜਾਂਦਾ ਹੈ, ਕੋਈ ਚੁਟਕਲੇ ਸੁਣਾਈ ਜਾਂਦਾ, ਕੋਈ ਗਾਣੇ ਸੁਣਾਈ ਜਾਂਦਾ, ਕੋਈ ਕਵਿਤਾਵਾਂ ਸੁਣਾ ਕੇ। ਜੇਕਰ ਥੋੜਾ ਜਿਹਾ ਪਿਛੋਕੜ ਦੇਖੀਏ ਤਾਂ ਜ਼ਮਾਨਤਾਂ ਤੱਕ ਜ਼ਬਤ ਹੋਈਆਂ ਨੇ। ਅਜੇ ਮੈਂ ਹਿੰਦੁਸਤਾਨ ਦੀ ਨਹੀਂ, ਪੂਰੀ ਦੁਨੀਆ ਦੀ ਸਭ ਤੋਂ ਵੱਡੀ ਰਾਜਨੀਤਿਕ ਪਾਰਟੀ ਅੱਜ ਭਾਰਤੀ ਜਨਤਾ ਪਾਰਟੀ ਹੈ, ਜਿਹੜੀ ਕਦੇ ਜ਼ਮਾਨਤ ਬਚ ਜਾਣ ਦੇ ਉੱਤੇ ਜਾਂਦੀ ਸੀ। ਤੁਸੀਂ ਵੀ ਅਨੁਸੂਚਿਤ ਜਾਤੀਆਂ ਦੇ ਕਮਿਸ਼ਨ ਦੇ ਚੇਅਰਮੈਨ ਹੋ ਤੇ ਭਾਜਪਾ ਨੇ ਵੀ ਤਾਂ ਫਿਰ ਵੋਟ ਬੈਂਕ ਆਪਣੇ ਵੱਲ ਕਰਨਾ ਸੀ, ਤੁਹਾਨੂੰ ਮੈਦਾਨ 'ਚ ਉਤਾਰ ਦਿੱਤਾ। ਸਾਨੂੰ ਭਾਵੇਂ ਤੁਸੀਂ ਦੱਬੂ ਕਹਿੰਦੇ ਸੀ, ਪਰ ਅਸੀਂ ਗਠਬੰਧਨ ਧਰਮ ਨਿਭਾਇਆ। ਪਹਿਲਾਂ ਅਸੀਂ ਜਦੋਂ ਮੈਂ ਆਇਆ ਸੀ ਤਾਂ ਉਦੋਂ ਅਸੀਂ ਕਹਿੰਦੇ ਸੀ ਕਿ ਪਹਿਲਾਂ ਇਸਤੇਮਾਲ ਕਰੋ ਫਿਰ ਵਿਸ਼ਵਾਸ ਕਰੋ। ਹੁਣ ਤਾਂ ਅਸੀਂ ਕਹਿੰਦੇ ਹਾਂ ਕਿ ਤੁਸੀਂ ਇਸਤੇਮਾਲ ਕੀਤਾ ਹੈ, ਹੁਣ ਵਿਸ਼ਵਾਸ ਨੂੰ ਹੋਰ ਮਜ਼ਬੂਤ ਵਿਸ਼ਵਾਸ ਕਰੋ। ਸਤਿ ਸ਼੍ਰੀ ਅਕਾਲ, ਤੁਸੀਂ ਵੇਖ ਰਹੇ ਹੋ ਅਜੀਤ ਵੈਬ ਟੀਵੀ ਤੇ ਮੈਂ ਪਰਮਜੀਤ ਕੌਰ ਸੈਣੀ ਤੁਹਾਡੇ ਨਾਲ। ਸੋ ਜਿਵੇਂ ਪੰਜਾਬ ਵਿਧਾਨ ਸਭਾ ਚੋਣਾਂ ਦਾ ਦਿਨ ਨੇੜੇ ਆ ਰਿਹਾ ਹੈ, ਉਂਝ ਪੰਜਾਬ ਦੇ ਵਿੱਚ ਰਾਜਨੀਤਿਕ ਪਾਰਾ ਚੜ੍ਹਦਾ ਹੋਇਆ ਨਜ਼ਰ ਆ ਰਿਹਾ ਹੈ। ਪੰਜਾਬ ਦੇ ਵਿੱਚ ਭਾਜਪਾ ਦੇ ਵੱਲੋਂ ਬੀਤੇ ਦਿਨੀ ਆਪਣੇ ਉਮੀਦਵਾਰਾਂ ਦੀ ਦੂਜੀ ਸੂਚੀ ਜਾਰੀ ਕੀਤੀ ਗਈ ਹੈ। ਇਸ ਸੂਚੀ ਦੇ ਵਿੱਚ ਸਾਬਕਾ ਕੇਂਦਰੀ ਮੰਤਰੀ ਵਿਜੇ ਸਾਂਪਲਾ ਦਾ ਵੀ ਨਾਂ ਐਲਾਨਿਆ ਗਿਆ ਹੈ, ਜਿਨ੍ਹਾਂ ਨੂੰ ਫਗਵਾੜਾ ਵਿਧਾਨ ਸਭਾ ਹਲਕਾ ਤੋਂ ਜੋ ਭਾਜਪਾ ਦੇ ਵੱਲੋਂ ਚੋਣ ਮੈਦਾਨ ਦੇ ਵਿੱਚ ਉਤਾਰਿਆ ਗਿਆ ਤੇ ਦਾ ਖੇਡਿਆ ਗਿਆ। ਸੋ ਵਿਜੇ ਸਾਂਪਲਾ ਜੀ ਸਾਡੇ ਨਾਲ ਸਟੂਡੀਓ ਦੇ ਵਿੱਚ ਜੁੜ ਚੁੱਕੇ ਨੇ। ਆਓ ਇਹਨਾਂ ਦੇ ਨਾਲ ਸਿਆਸੀ ਗੱਲਬਾਤ ਕਰਦੇ ਹਾਂ ਤੇ ਜਾਣਦੇ ਹਾਂ ਕਿ ਕਿਸਾਨੀ ਸੰਘਰਸ਼ ਤੋਂ ਬਾਅਦ ਅੱਜ ਪੰਜਾਬ ਦੇ ਵਿੱਚ ਭਾਜਪਾ ਕਿੱਥੇ ਕੁ ਖੜੀ ਹੈ ਤੇ ਅਕਾਲੀ ਦਲ ਦੇ ਨਾਲੋਂ ਗੱਠਜੋੜ ਟੁੱਟਣ ਤੋਂ ਬਾਅਦ ਭਾਜਪਾ ਹੁਣ ਪੰਜਾਬ ਦੇ ਵਿੱਚ ਕਿੰਨਾ ਕੁ ਵੱਡਾ ਮਾਰਕਾ ਮਾਰ ਸਕਦੀ ਹੈ। ਸੋ ਸਭ ਤੋਂ ਪਹਿਲਾਂ ਵਿਜੇ ਸਾਂਪਲਾ ਜੀ, ਤੁਹਾਡਾ ਅਜੀਤ ਦੇ ਸਟੂਡੀਓ ਦੇ ਵਿੱਚ ਮੈਂ ਸਵਾਗਤ ਕਰਦੀ ਹਾਂ। ਸਤਿ ਸ਼੍ਰੀ ਅਕਾਲ ਵਿਜੇ ਸਾਂਪਲਾ ਜੀ। ਸਤਿ ਸ਼੍ਰੀ ਅਕਾਲ ਜੀ। ਅਜੀਤ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਵੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਵਿਜੇ ਸਾਂਪਲਾ ਜੀ ਦੇ ਪਿਛੋਕੜ ਬਾਰੇ ਦੱਸ ਦਿੰਨੀ ਆ ਕਿ ਭਾਜਪਾ ਦੇ ਸੀਨੀਅਰ ਆਗੂ ਨੇ, ਜੋ ਕਿ ਨਰਿੰਦਰ ਮੋਦੀ ਸਰਕਾਰ ਦੇ ਪਿਛਲੇ ਕਾਰਜਕਾਲ ਦੌਰਾਨ ਕੇਂਦਰੀ ਮੰਤਰੀ ਵੀ ਰਹੇ, ਹੁਸ਼ਿਆਰਪੁਰ ਲੋਕ ਸਭਾ ਸੀਟ ਤੋਂ ਸੰਸਦ ਮੈਂਬਰ ਦੇ ਤੌਰ ਤੇ ਨੁਮਾਇੰਦਗੀ ਵੀ ਕਰ ਚੁੱਕੇ ਨੇ ਤੇ ਅੱਜ ਕੱਲ ਅਨੁਸੂਚਿਤ ਜਾਤੀਆਂ ਕਮਿਸ਼ਨ ਦੇ ਚੇਅਰਮੈਨ ਵਜੋਂ ਸੇਵਾ ਨਿਭਾ ਰਹੇ ਨੇ। ਸੋ ਸਭ ਤੋਂ ਪਹਿਲਾ ਸਵਾਲ ਵਿਜੇ ਸਾਂਪਲਾ ਜੀ ਕਿ ਤੁਸੀਂ ਐਮਪੀ ਵੀ ਰਹੇ, ਫਿਰ ਕੇਂਦਰੀ ਮੰਤਰੀ ਵੀ ਬਣੇ ਤੇ ਅੱਜ ਕੱਲ ਅਨੁਸੂਚਿਤ ਜਾਤੀਆਂ ਦੇ ਕਮਿਸ਼ਨ ਦੇ ਜੋ ਚੇਅਰਮੈਨ ਵਜੋਂ ਸੇਵਾ ਨਿਭਾ ਰਹੇ ਹੋ ਤੇ ਹੁਣ ਪਾਰਟੀ ਨੇ ਤੁਹਾਨੂੰ ਵਿਧਾਇਕ ਪਦ ਦੇ ਲਈ ਜੋ ਫਗਵਾੜਾ ਵਿਧਾਨ ਸਭਾ ਹਲਕੇ ਤੋਂ ਚੋਣ ਮੈਦਾਨ 'ਚ ਉਤਾਰਿਆ। ਇਹ ਹੁਣ ਪਾਰਟੀ ਦਾ ਹੁਕਮ ਹੋਇਆ ਹੈ ਤੁਹਾਨੂੰ, ਜਾਂ ਫਿਰ ਤੁਹਾਡੀ ਪੰਜਾਬ ਦੀ ਰਾਜਨੀਤੀ ਦੇ ਵਿੱਚ ਇੰਨੀ ਰੁਚੀ ਹੈ, ਇੰਨੀ ਦਿਲਚਸਪੀ ਹੈ? ਦੇਖੋ, ਮੈਂ ਤਾਂ ਹਮੇਸ਼ਾ ਪਾਰਟੀ ਨੂੰ ਸਮਰਪਿਤ ਰਿਹਾ ਜੀ, ਪਰ ਪਾਰਟੀ ਦੇ ਹੁਕਮ ਨੂੰ ਜਿਹੜਾ ਮੰਨਣਾ, ਕਿਉਂਕਿ ਮੈਂ ਤਾਂ ਫਗਵਾੜੇ ਤੋਂ ਕੋਈ ਦਾਅਵੇਦਾਰ ਵੀ ਨਹੀਂ ਸੀਗਾ,
ਪਰ ਪਾਰਟੀ ਦਾ ਹੁਕਮ ਹੋਇਆ ਤਾਂ ਜ਼ਰੂਰ ਅਸੀਂ ਉਹਦੇ ਤੇ ਖਰੇ ਉਤਰਾਂਗੇ। ਔਰ ਜੋ ਵੀ ਪਾਰਟੀ ਹੁਕਮ ਕਰਦੀ ਹੈ, ਪਹਿਲਾਂ ਵੀ ਜੋ ਅੱਜ ਤੱਕ ਕੀਤਾ ਹੈ ਤਾਂ ਵੀ ਪਾਰਟੀ ਦੇ ਹੁਕਮ ਨਾਲ ਹੀ ਅੱਗੇ ਵਧੇ ਹਾਂ, ਕਿਉਂਕਿ ਸਾਨੂੰ ਪਤਾ ਹੈ ਕਿ ਪਾਰਟੀ ਹੀ ਸਾਡੀ ਮਾਂ ਆ, ਤੇ ਜੇ ਸਾਡੀ ਮਾਂ ਹੈ ਤਾਂ ਉਹਦਾ ਆਦੇਸ਼ ਪਾਲਣਾ ਕਰਨਾ ਵੀ ਸਾਡਾ ਕਰਤੱਵ ਹੈ। ਉਸ ਨਜ਼ਰੀਏ ਨਾਲ ਹੀ ਅਸੀਂ ਅੱਜ ਚੁਣਾਵਾਂ ਦੇ ਵਿੱਚ ਪਾਰਟੀ ਦਾ ਹੁਕਮ ਹੋਇਆ ਤੇ ਚੁਣਾਵਾਂ ਦੇ ਲਈ ਅਸੀਂ ਆ ਗਏ। ਬਿਲਕੁਲ। ਸਾਂਪਲਾ ਜੀ, ਫਗਵਾੜਾ ਦੀ ਜੇਕਰ ਗੱਲ ਕਰੀਏ, ਕਿਉਂਕਿ ਪਿਛਲੇ ਕਾਫੀ ਦਿਨਾਂ ਤੋਂ ਗੱਲ ਚੱਲ ਰਹੀ ਸੀ ਕਿ ਕੇਂਦਰੀ ਰਾਜ ਮੰਤਰੀ ਸੋਮ ਪ੍ਰਕਾਸ਼ ਆਪਣੀ ਪਤਨੀ ਨੂੰ ਇਸ ਸੀਟ ਤੋਂ ਉਤਾਰਨਾ ਚਾਹੁੰਦੇ ਸੀ, ਪਰ ਪਾਰਟੀ ਨੇ ਤੁਹਾਡੇ ਤੇ ਦਾਅ ਖੇਡਿਆ। ਜੇਕਰ ਜ਼ਮੀਨੀ ਤੌਰ ਤੇ ਦੇਖੀਏ ਤਾਂ ਫਗਵਾੜੇ ਦੇ ਵਿੱਚ ਗੁੱਟਬਾਜੀ ਸਾਰੀ ਪਾਰਟੀ 'ਚ ਹੁੰਦੀ ਹੈ, ਪਰ ਫਗਵਾੜੇ ਦੀ ਜੇਕਰ ਗੱਲ ਕਰੀਏ ਤਾਂ ਉੱਥੇ ਗੁੱਟਬਾਜੀ ਸੀ। ਅੱਜ ਵੀ ਦੋ ਧੜੇ ਗਿਣੇ ਜਾਂਦੇ ਨੇ, ਸਾਂਪਲਾ ਧੜਾ ਤੇ ਸੋਮ ਪ੍ਰਕਾਸ਼ ਧੜਾ, ਪਰ ਜਦੋਂ ਪਾਰਟੀ ਕਹਿ ਦਿੰਦੀ ਹੈ ਫਿਰ ਇੱਕ ਹੋ ਕੇ ਮੈਦਾਨ 'ਚ ਆਣਾ ਪੈਂਦਾ। ਤੇ ਤੁਸੀਂ ਹੁਣ ਫਿਰ ਸੋਮ ਪ੍ਰਕਾਸ਼ ਹੋਰਾਂ ਨੂੰ ਮਨਾ ਲਿਆ ਜਾਂ ਮਨਾਉਣ ਜਾਣਾ ਹੈ? ਉਹਨਾਂ ਦੇ ਸਮਰਥਕਾਂ ਨੂੰ ਕਿੰਜ ਮਨਾਉਂਗੇ? ਦੇਖੋ, ਪਹਿਲਾਂ ਤਾਂ ਮੈਂ ਦੱਸ ਦਿਆਂ ਕਿ ਵੀ ਸਾਡੇ 'ਚ ਕੋਈ ਗੁੱਟਬਾਜੀ ਨਹੀਂ ਹੈ। ਗੁੱਟਬਾਜੀ ਇਦਾਂ ਹੈ ਕਿ ਕਿਸੇ ਗੱਲ ਨੂੰ ਲੈ ਕੇ ਸਾਡੇ 'ਚ ਮਤਭੇਦ ਹੋ ਸਕਦੇ ਆ, ਔਰ ਮਤਭੇਦ ਦੋ ਭਰਾਵਾਂ 'ਚ ਵੀ ਹੋ ਸਕਦੇ। ਪਤੀ ਪਤਨੀ ਦੀ ਵੀ ਇੱਕ ਗੱਲ ਨਾਲ ਸਹਿਮਤ ਨਹੀਂ ਹੁੰਦੇ, ਸੋ ਅਸੀਂ ਮਤਭੇਦ ਤਾਂ ਹੋ ਸਕਦੇ ਆ, ਮਨਭੇਦ ਕਦੀ ਨਹੀਂ ਰਿਹਾ। ਤੁਸੀਂ ਕਦੀ ਵੀ ਜਿਸ ਤਰ੍ਹਾਂ ਬਾਕੀ ਦੂਸਰੀਆਂ ਪਾਰਟੀਆਂ ਵਿੱਚ ਇੱਕ ਬਿਆਨਬਾਜ਼ੀ ਆਉਂਦੀ, ਜੇ ਤੁਸੀਂ ਕਦੀ ਵੀ ਭਾਰਤੀ ਜਨਤਾ ਪਾਰਟੀ ਦੇ ਐਸੇ ਹਾਲਾਤਾਂ 'ਚ ਨਹੀਂ ਕਦੀ ਗੁਜ਼ਰੀ। ਇੱਕ ਬਹੁਤ ਸਾਰੀ ਖੂਬਸੂਰਤੀ ਜਿਹੜੀ ਭਾਰਤੀ ਜਨਤਾ ਪਾਰਟੀ 'ਚ ਜਿਹੜੀ ਹੈਗੀ, ਕਿਉਂਕਿ ਅਸੀਂ ਕਦੀ ਵੀ ਮਨਭੇਦ ਜਿਹੜੇ ਆ ਉਹ ਨਹੀਂ ਲੈ। ਮਤਭੇਦ ਹੋ ਸਕਦਾ, ਮਤਭੇਦ ਸਾਰਿਆਂ 'ਚ ਹੋ ਸਕਦਾ ਹੈ। ਸੋ ਇਸ ਕਰਕੇ ਕਿਸੇ ਨੂੰ ਮੰਨਣ ਮਨਾਉਣ ਦੀ ਗੱਲ ਨਹੀਂ ਹੁੰਦੀ। ਅਸੀਂ ਕੱਲ ਇਕੱਠੇ ਬੈਠੇ ਸੀ, ਓਮ ਪ੍ਰਕਾਸ਼ ਜੀ ਔਰ ਮੈਂ, ਔਰ ਅਕਸਰ ਅਸੀਂ ਫੋਨ ਤੇ ਗੱਲਬਾਤ ਵਾਰਤਾਲਾਪ ਸਾਡੀ ਹੁੰਦੀ ਰਹਿੰਦੀ ਹੈ, ਐਸੀ ਕੋਈ ਗੱਲ ਨਹੀਂ। ਸੋ ਜਿੱਥੇ ਤੱਕ ਸਾਡੀ ਤੁਸੀਂ ਕਿਹਾ ਕਿ ਵੀ ਉਹਨਾਂ ਦੀ ਪਤਨੀ ਲੜਨਾ ਚਾਹੁੰਦੀ ਸੀ, ਤੇ ਮੈਂ ਵੀ ਕਿਹਾ ਕਿ ਮੈਂ ਲੜਨਾ ਨਹੀਂ ਸੀ ਚਾਹੁੰਦਾ, ਔਰ ਮੇਰਾ ਬੇਟਾ ਜਿਹੜਾ ਸੀ ਉਹ ਚੁਣਾਵ ਲੜਨਾ ਚਾਹੁੰਦਾ ਸੀ। ਪਰ ਪਾਰਟੀ ਦਾ ਇੱਕ ਆਦੇਸ਼ ਸੀ ਕਿ ਕਿਸੇ ਦੇ ਵੀ ਅਸੀਂ ਪਰਿਵਾਰਵਾਦ ਨੂੰ ਅੱਗੇ ਨਹੀਂ ਲਿਆਣਾ, ਕਿਸੇ ਦੇ ਵੀ ਬੇਟੇ ਨੂੰ, ਪਤਨੀ ਨੂੰ, ਬੇਟੀ ਨੂੰ, ਭਾਈ ਨੂੰ, ਭਤੀਜੇ ਨੂੰ, ਐਸਾ ਕੋਈ ਜਾਣੀ ਕਿਸੇ ਨੂੰ ਵੀ ਅਸੀਂ ਨੁਮਾਇੰਦਗੀ ਨਹੀਂ ਦੇਣੀ। ਜਦੋਂ ਉਹਨਾਂ ਨੇ ਇੱਕ ਫੈਸਲਾ ਕੀਤਾ ਹੈ ਕਿ ਬਾਕੀ ਪਾਰਟੀਆਂ ਵਾਂਗ ਅਸੀਂ ਭਾਈ ਭਤੀਜਾਵਾਦ ਨਹੀਂ ਕਰਾਂਗੇ, ਤਾਂ ਉਸ ਨਜ਼ਰੀਏ 'ਚ ਹੀ ਤੇ ਮੇਰੇ ਬੇਟੇ ਨੂੰ ਵੀ ਟਿਕਟ ਦੇਣ ਤੋਂ ਨਾ ਕਰ ਦਿੱਤੀ। ਤਾਂ ਉਹ ਇਸੇ ਕਰਕੇ ਮੈਨੂੰ ਇੱਥੇ ਆਉਣਾ ਪਿਆ, ਜਦਕਿ ਅਸੀਂ ਤਾਂ ਪਹਿਲਾਂ ਵੀ ਕਿਹਾ ਵੀ ਫਗਵਾੜੇ ਤੋਂ ਅਸੀਂ ਕੋਈ ਦਾਅਵੇਦਾਰੀ ਵੀ ਨਹੀਂ ਸੀ ਕੀਤੀ। ਬਿਲਕੁਲ। ਸਾਂਪਲਾ ਜੀ, ਤੁਸੀਂ ਵੀ ਸਾਬਕਾ ਕੇਂਦਰੀ ਮੰਤਰੀ ਰਹੇ ਹੋ, ਸੋਮ ਪ੍ਰਕਾਸ਼ ਜੀ ਵੀ ਫਗਵਾੜੇ ਤੋਂ ਚੁਣੇ ਗਏ ਪਹਿਲਾਂ, ਫਿਰ ਉਹ ਕੇਂਦਰੀ ਰਾਜ ਮੰਤਰੀ ਬਣ ਗਏ। ਫਗਵਾੜੇ ਦਾ ਰਾਸਤਾ ਕੇਂਦਰ ਨੂੰ ਬੜਾ ਜਲਦੀ ਜਾਂਦਾ ਹੈ, ਤੇ ਜੇਕਰ ਤੁਹਾਡੀ ਵੀ ਗੱਲ ਕਰੀਏ ਤਾਂ ਤੁਸੀਂ ਹੁਸ਼ਿਆਰਪੁਰ ਲੋਕ ਸਭਾ ਹਲਕੇ ਤੋਂ ਸੰਸਦ ਮੈਂਬਰ ਵੀ ਰਹੇ ਹੋ। ਰਾਜਨੀਤੀ ਦੇ ਵਿੱਚ ਤੁਸੀਂ ਭਾਜਪਾ ਦਾ ਇੱਕ ਧਾਕੜ ਚਿਹਰਾ, ਧੁਰੰਦਰ ਆਗੂ ਹੋ। ਤੁਹਾਡੇ ਰਾਜਨੀਤੀ ਦੇ ਵਿੱਚ ਗੁਰੂ ਕੌਣ ਰਹੇ ਨੇ? ਕਿਹਨਾਂ ਦੇ ਨਕਸ਼ੇ ਕਦਮ ਤੇ ਚੱਲਦੇ ਹੋ? ਦੇਖੋ, ਐਸਾ ਹੈ ਕਿ ਬਈ ਰਾਜਨੀਤੀ ਕਈ ਪਹਿਲੂਆਂ ਤੋਂ ਕਈਆਂ ਤੋਂ ਸਿੱਖਣਾ ਪੈਂਦਾ ਹੈ, ਪਰ ਕਿਉਂਕਿ ਅਨੁਸੂਚਿਤ ਜਾਤੀ ਦੇ ਵਿੱਚ ਅਸੀਂ ਕੰਮ ਕਰਦਿਆਂ ਹੋਏ ਅੱਗੇ ਵਧੇ ਆ, ਤੇ ਇੱਕ ਭਾਰਤੀ ਜਨਤਾ ਪਾਰਟੀ ਦੇ ਵਿੱਚ ਜਿਹੜਾ ਜਾਣਿਆ ਮਾਨਿਆ ਚਿਹਰਾ ਚੌਧਰੀ ਸਵਰਨਾ ਰਾਮ ਜੀ ਫਗਵਾੜੇ ਤੋਂ ਹੀ ਸੀ, ਔਰ ਮੈਂ ਸ਼ੁਰੂ ਸਮਝ ਲਓ ਕਿ ਉਹਨਾਂ ਦੇ ਨਾਲ ਹੀ ਲੱਗ ਕੇ ਅੱਜ ਤੱਕ ਇੱਥੇ ਤੱਕ ਪਹੁੰਚਿਆ। ਅੱਜ ਉਹ ਸਵਾਸਥ ਦੇ ਪੱਖੋਂ ਠੀਕ ਨਹੀਂ ਹੈ, ਪਰ ਅੱਜ ਵੀ ਜਿਹੜਾ ਆ ਉਹ ਸਾਡਾ ਰਾਜਨੀਤੀ ਦੇ ਵਿੱਚ ਇੱਕ ਕੱਦ ਵਧਾਉਣ ਦੇ ਵਿੱਚ ਉਹਨਾਂ ਦਾ ਬਹੁਤ ਵੱਡਾ ਜਿਹਾ, ਉਹਨਾਂ ਕੋਲ ਮੈਨੂੰ ਬਹੁਤ ਕੁਝ ਸਿੱਖਣ ਨੂੰ ਮਿਲਿਆ, ਔਰ ਜਿਹਦੇ ਕੋਲ ਅਸੀਂ ਸਿੱਖਦੇ ਉਹਨੂੰ ਅਸੀਂ ਗੁਰੂ ਵੀ ਮੰਨਦੇ ਹਾਂ। ਸੋ ਵੈਸੇ ਤਾਂ ਬਹੁਤ ਸਾਰੇ ਸਾਡੇ ਸਿੱਖਣ ਦੇ ਵਿੱਚ, ਜਦੋਂ ਸਾਡੇ ਜੀਵਨ ਦੇ ਵਿੱਚ ਬਹੁਤ ਸਾਰੇ ਸਾਡੇ ਗੁਰੂ ਹੁੰਦੇ ਨੇ ਕਿ ਹਰੇਕ ਕੋਲ ਜਿਹਦੇ ਕੋਲ ਵੀ ਕੁਝ ਸਿੱਖਦੇ ਉਹਨੂੰ ਗੁਰੂ। ਪਰ ਰਾਜਨੀਤੀ ਦੀ ਸ਼ੁਰੂਆਤ ਤੋਂ ਜਿਹੜਾ ਸਿੱਖਣ ਦਾ ਸਾਡਾ ਜਿਹੜਾ ਪ੍ਰੋਸੈਸ ਸ਼ੁਰੂ ਹੋਇਆ ਉਹ ਚੌਧਰੀ ਸਵਰਨਾ ਰਾਮ ਜੀ ਤੋਂ ਸ਼ੁਰੂ ਹੋਇਆ। ਸੋ ਸਾਂਪਲਾ ਜੀ, ਫਗਵਾੜਾ ਦੀ ਗੱਲ ਕਰੀਏ, ਅੱਜ ਦੀ ਡੇਟ ਦੇ ਵਿੱਚ ਫਗਵਾੜੇ ਦੇ ਮੁੱਖ ਮੁੱਦੇ ਕੀ ਨੇ? ਦੇਖੋ, ਫਗਵਾੜੇ 'ਚ ਜਿਹੜਾ ਮੁੱਦੇ ਤਾਂ ਕਦੀ ਖਤਮ ਨਹੀਂ ਹੁੰਦੇ। ਜਿੱਥੇ ਤੱਕ ਪਾਰਟੀ ਨੇ ਇਸ ਕਰਕੇ ਉਤਾਰਿਆ ਕਿ ਬਾਕੀਆਂ ਦਾ ਇੱਕ ਮੇਰਾ ਉੱਥੇ ਜਾਣਾ ਪਛਾਣਿਆ ਰਿਹਾ, ਕਿਉਂਕਿ ਮੇਰੀ ਲੋਕ ਸਭਾ ਦਾ ਹਲਕਾ ਵੀ ਰਿਹਾ ਇਹ, ਔਰ ਜਿੰਨੀਆਂ ਵੀ ਲੋਕਾਂ ਨੇ ਮੈਨੂੰ ਕੰਮ ਕਹੇ ਉਹ ਮੈਂ ਸਾਰੇ ਨੇਪਰੇ ਚਾੜੇ। ਔਰ ਮੈਂ ਜਦੋਂ ਆਖਰ ਦੇ ਵਿੱਚ ਇਹ ਵੀ ਪੁੱਛਿਆ ਸੀ ਵੀ ਹੁਣ ਫਗਵਾੜੇ ਵਾਲੇ ਹੁਣ ਤਾਂ ਕੋਈ ਕੰਮ ਬਾਕੀ ਨਹੀਂ ਰਿਹਾ, ਤਾਂ ਕਹਿੰਦੇ ਨਹੀਂ ਹੁਣ ਕੰਮ ਸਾਡੇ ਜਿਹੜੇ MP ਦੇ ਕਰਨ ਵਾਲੇ ਸਾਰੇ ਤੁਸੀਂ ਕਰ ਦਿੱਤੇ। ਭਾਵ ਦੁਆਬੇ ਦੀ ਬਹੁਤ ਵੱਡੀ ਡਿਮਾਂਡ ਸੀ, ਔਰ ਦੁਆਬੇ ਦੀ ਉਹ ਡਿਮਾਂਡ ਜਿਹੜੀ ਸੀ ਉਹ ਸੀ 에ਅਰਪੋਰਟ ਬਣਾਉਣਾ, ਔਰ ਬਹੁਤ ਚਿਰ ਤੋਂ ਲੱਗੇ ਹੋ ਸੀ ਲੋਕ, ਤੇ ਛੋਟਾ ਮੋਟਾ ਕੰਮ ਨਹੀਂ ਸੀ। ਪਰ ਜਿੰਨੀ ਸਪੀਡ ਨਾਲ ਇਹ ਬਣਿਆ ਤੁਸੀਂ ਸਾਰੇ ਜਾਣਦੇ ਕਿ ਜਾਣੀ ਲਗਭਗ 18 ਮਹੀਨਿਆਂ ਦੇ ਵਿੱਚ ਬਣ ਕੇ ਫਲਾਈਟ ਲਈ ਤਿਆਰ ਹੋ ਗਿਆ ਸੀ। ਵਿੱਚ ਕੁਝ ਟੈਕਨੀਕਲ ਹਰਡਲਸ ਵੀ ਆਈਆਂ, ਪਰ
ਬਹੁਤ ਸਾਰੇ ਇਹਦੇ ਨਾਲ ਹੀ 에ਅਰਪੋਰਟ ਸ਼ੁਰੂ ਹੋਏ ਸੀ ਜਿਹੜੇ ਅੱਜ ਵੀ ਨਹੀਂ ਸ਼ੁਰੂ ਹੋਏ, ਪਰ ਇਹਨੂੰ ਜਿਹੜਾ 에ਅਰਪੋਰਟ ਜਿਹੜਾ ਬਾਖੂਬੀ ਚੱਲਿਆ। ਹੁਣ ਕੋਵਿਡ ਕਰਕੇ ਥੋੜਾ ਜਿਹਾ ਬਹੁਤ ਸਾਰੀਆਂ ਫਲਾਈਟਾਂ ਬੰਦ ਆ, ਇਹਦੇ 'ਚ ਇਹਨਾਂ ਨੂੰ ਵੀ ਬੰਦ ਕੀਤਾ, ਜਾਣੀ ਉਸ ਕਰਕੇ ਬੰਦ ਆ, ਔਰ ਬਿਲਡਿੰਗ ਵੀ ਬਹੁਤ ਵਧੀਆ ਬਣ ਗਈ। ਦੂਸਰੀ ਜਿਹੜੀ ਸੀਗੀ ਕਿ ਫਗਵਾੜੇ ਦੀ ਸਭ ਤੋਂ ਵੱਡੀ ਡਿਮਾਂਡ ਸੀ ਉੱਥੋਂ ਦਾ ਜਿਹੜਾ ਪੁਲ ਹੈ, ਬਿਲਕੁਲ, ਕਿਉਂਕਿ ਪੁਲ ਕੁਛ ਬਜਟ ਕਰਕੇ ਮਿੱਟੀ ਦਾ ਬਣਾਇਆ ਜਾ ਰਿਹਾ ਸੀ, ਮਿੱਟੀ ਦੀ ਭਰਤੀ ਪਾ ਕੇ ਤੁਹਾਨੂੰ, ਪਰ ਉਹਦੇ ਨਾਲ ਫਗਵਾੜੇ ਵਾਲਿਆਂ ਦੀ ਡਿਮਾਂਡ ਇਹ ਸੀ ਕਿ ਵੀ ਮੰਗ ਸੀ ਕਿ ਜੇ ਇਹ ਪੁਲ ਮਿੱਟੀ ਵਾਲਾ ਬਣ ਗਿਆ ਤਾਂ ਫਗਵਾੜਾ 2 ਹਿੱਸਿਆਂ 'ਚ ਵੰਡ ਹੋ ਜਾਏਗਾ। ਬਿਲਕੁਲ, ਕਿ ਬੱਸ ਸਟੈਂਡ ਇੱਧਰਲਾ ਉੱਤਰੀ ਪੱਛਮ ਤੇ ਦੱਖਣੀ ਹੋ ਜਾਏਗਾ ਜਾਂ ਪੱਛਮੀ ਪੂਰਬੀ ਹੋ ਜਾਏਗਾ। ਉਸ ਤਰੀਕੇ ਦੇ ਨਾਲ ਜਿਹੜਾ ਸੀ ਲੋਕਾਂ ਦੀ ਬੜੀ ਚਿੰਤਾ ਸੀ ਕਿ ਸਾਡਾ ਤਾਂ ਫਗਵਾੜਾ 2 ਹਿੱਸਿਆਂ 'ਚ ਹੋ ਜਾਏਗਾ ਤੇ ਇੱਥੇ ਐਲੀਵੇਟਡ ਰੋਡ ਬਣਨਾ ਸੀ। ਬੜੀਆਂ ਹਰਡਲ ਸੀਗੀਆਂ, ਪਰ ਉਹ ਸਾਰੀਆਂ ਨੂੰ ਕਰਕੇ ਕੰਪਲੀਟ, ਉਹ ਸਾਰੇ ਜਾਣਦੇ ਆ ਕਿ ਉਹ ਜਿਹੜਾ ਪੁਲ ਹੈ ਉਹਦੀ ਬੜੀ ਮਿਹਨਤ ਦੇ ਨਾਲ, ਲਗਨ ਨਾਲ ਉਹਨੂੰ ਵੀ ਅਸੀਂ ਨਿਪਰੇ ਚਾੜਿਆ। ਅੱਜ ਉਹ ਕਿਸੇ ਨੂੰ ਵੀ ਪੁੱਛ ਲਓਗੇ ਤਾਂ ਉਹ ਸਾਰਾ ਦੱਸੂਗਾ ਕਿ ਇਹ ਵਿਜੇ ਸਪਲਾਈ। ਉੱਥੇ ਹੁਣ ਪਾਸਪੋਰਟ ਆਫਿਸ ਤੁਹਾਡਾ ਦੁਆਬੇ ਦੇ ਵਿੱਚ ਸਭ ਤੋਂ ਜ਼ਿਆਦਾ ਕੰਮ ਜਿਹੜਾ ਵਿਦੇਸ਼ਾਂ ਜਾਣਾ ਆਉਣਾ, ਔਰ ਜੇ ਜਾਣਾ ਆਉਣਾ ਹੈ ਤਾਂ ਪਾਸਪੋਰਟ ਦਾ ਵੀ ਬਹੁਤ ਵੱਡਾ ਕੰਮ ਹੈ। ਤੇ ਜਲੰਧਰ ਆਉਣਾ ਪੈਂਦਾ ਸੀ, ਲਾਈਨਾਂ ਲੰਬੀਆਂ 'ਚ ਖੜਨਾ ਪੈਂਦਾ ਸੀ, ਤੇ ਮੈਂ ਉੱਥੇ ਪਾਸਪੋਰਟ ਆਫਿਸ ਵੀ ਬਣਾਇਆ। ਬਿਲਕੁਲ, ਇੰਡਸਟਰੀ ਦੀ ਜਿਹੜੀ ਉੱਥੇ ਜਿਹੜੀ ਲੋਕਲ ਇੰਜਨ ਪਾਰਟ ਬਣਦੇ ਨੇ, ਉਹਨਾਂ ਦੇ ਵਿੱਚ ਪਿਸਟਨ ਬਣਦੇ ਨੇ, ਪੂਰੇ ਹਿੰਦੁਸਤਾਨ 'ਚ ਨਹੀਂ ਵਿਦੇਸ਼ਾਂ 'ਚ ਵੀ ਐਕਸਪੋਰਟ ਇੰਪੋਰਟ ਵੀ ਕੀਤਾ, ਉਹਦਾ ਐਕਸਪੋਰਟ ਵੀ ਕੀਤਾ ਜਾਂਦਾ। ਉਹਨਾਂ ਦੀ ਵੀ ਜਿਹੜਾ ਸੀ ਉਹਨਾਂ ਦੇ ਲਈ ਇੱਕ ਕਲਸਟਰ ਬਣਾਇਆ ਤਾਂ ਕਿ ਬਹੁਤ ਸਾਰੀ એનર્ਜੀ ਜਿਹੜੀ ਲੇਬਰ ਦੇ ਦੂਸਰੇ ਕੰਮਾਂ ਦੇ ਵਿੱਚ ਖਤਮ ਹੋ ਜਾਂਦੀ ਹੈ, ਔਰ ਜਿਹੜੀ ਇੰਟਰਨੈਸ਼ਨਲ ਮਸ਼ੀਨਰੀ ਹੈ ਉਹ ਨਹੀਂ ਸੀ। ਇਸ ਕਰਕੇ ਅਸੀਂ ਉੱਥੇ ਕਲਸਟਰ ਬਣਾਇਆ ਤਾਂ ਕਿ ਕਾਸਟ ਅਲਮੂਨੀਅਮ ਦਾ ਉਹਨਾਂ ਨੂੰ ਜਿਹੜੇ ਇਕਵਿਪਮੈਂਟ ਬਣਾਉਣ 'ਚ ਆਸਾਨੀ ਹੋ ਸਕੇ, ਐਸਾ ਵੀ ਅਸੀਂ ਉੱਥੇ ਜਿਹੜਾ ਕਲਸਟਰ ਬਣਾ ਕੇ ਦਿੱਤਾ ਕਾਸਟ ਇੰਜਨ ਪਾਰਟ ਵਾਸਤੇ। ਔਰ ਜਿਹੜੀ ਸੜਕ ਵੀ ਅਸੀਂ ਹੁਸ਼ਿਆਰਪੁਰ ਵਾਸਤੇ ਬਣਾਉਣੀ, ਉਹਦੇ ਲਈ ਅਪਰੂਵਲ ਮੈਂ ਕਰਾਈ, ਜਿਹਦੀ ਹਲੇ ਵੀ ਪਾਈਪਲਾਈਨ 'ਚ ਆ ਜੀ। ਸੋ ਜਿੱਥੇ ਤੱਕ ਅਸੀਂ ਕਹੀਏ ਕਿ ਬਾਕੀ ਜਿਹੜਾ ਮੰਨ ਲਓ ਇਹਦੇ ਕਹੀਏ ਫਗਵਾੜਾ ਦੇ ਲੋਕ, ਮੈਂ ਵਿਧਾਨ ਸਭਾ ਜ਼ਰੂਰ ਪਹਿਲੀ ਵਾਰ ਲੜ ਰਿਹਾ, ਪਰ ਫਗਵਾੜਾ ਦੇ ਲੋਕ ਮੇਰੇ ਕੰਮਾਂ ਤੋਂ ਅਣਜਾਣ ਹੈ ਐਸਾ ਨਹੀਂ। ਬਿਲਕੁਲ, ਉਹ ਜਾਣੀ ਜਾਣ ਨੇ। ਮੈਂ ਇੱਕ ਸੰਸਦ ਦੇ ਹੋਣ ਦੇ ਨਾਤੇ ਇੱਕ ਰਾਤ ਜਾਣੀ ਕਿਸੇ ਪਿੰਡ 'ਚ ਵੀ ਰਹਿੰਦਾ ਸੀ, ਤਾਂ ਮੈਂ ਫਗਵਾੜਾ 'ਚ ਵੀ ਇੱਥੇ 2 ਰਾਤਾਂ ਕੱਟ ਕੇ ਗਿਆ, ਕਿਉਂਕਿ ਬਾਕੀ ਸਾਰੇ ਹਲਕਿਆਂ 'ਚ ਵੀ ਜਾਂਦੇ ਸੀ, ਔਰ ਲੋਕਾਂ ਦੇ ਨਾਲ ਤਾਂ ਕਿ ਵਿਚਰੇ, ਪੂਰੀ ਰਾਤ ਉੱਥੇ ਰਹਿਣਾ, ਗੱਲਬਾਤ ਕਰਨੀਆਂ, ਕਦੀ ਉਹਨਾਂ ਨੇ ਕਲਚਰ ਪ੍ਰੋਗਰਾਮ ਵੀ ਕਰਨਾ, ਐਸਾ ਇੱਕ ਮਾਹੌਲ ਮੈਂ ਬਣਾਉਣਾ। ਔਰ ਸੋ ਇਸ ਕਰਕੇ ਲੋਕਾਂ ਦੇ ਵਿੱਚ ਜਾਂਚਿਆ ਪਰਖਿਆ ਜਿਹੜਾ ਸੀ ਕਿ ਇੱਕ ਜਿਹੜਾ ਕੰਮ ਦੀ ਡਿਲੀਵਰ ਕਰ ਸਕਦੇ ਆ, ਕੰਮ ਕਰਕੇ ਦੇ ਸਕਦੇ ਆ, ਜੋ ਵਾਅਦਾ ਕੀਤਾ ਹੈ ਉਹ ਪੂਰਾ ਕਰਦੇ ਆ, ਇਹ ਜਿਹੜੀ ਸਾਡੀ ਛਵੀ ਹਮੇਸ਼ਾ ਫਗਵਾੜਾ 'ਚ ਰਹੀ ਹੈ। ਬਿਲਕੁਲ, ਸੋ ਇਸ ਕਰਕੇ ਫਗਵਾੜਾ ਦੇ ਲੋਕਾਂ ਦੇ ਲਈ ਮੈਂ ਨਵਾਂ ਨਹੀਂ ਹੈ ਤੇ ਉਹਨਾਂ ਦਾ ਜਾਣਿਆ ਪਛਾਣਿਆ। ਔਰ ਇਹ ਵੀ ਨਹੀਂ ਹੈ ਕਿ ਵੀ ਬਾਕੀ ਤਾਂ ਅੱਜ ਲਾਰੇ ਬਹੁਤ ਲਾਉਂਦੇ ਆ, ਤੇ ਸਾਨੂੰ ਇਹ ਨਹੀਂ ਕਹਿ ਸਕਦੇ ਕਿ ਵੀ ਵਿਜੇ ਸਾਂਪਲਾ ਸਾਨੂੰ ਲਾਰੇ ਲਾ ਕੇ ਜਾਂਦਾ ਹੈ, ਕੰਮ ਨਹੀਂ ਕਰਦਾ। ਬਿਲਕੁਲ ਸਾਂਪਲਾ ਜੀ, ਤੁਸੀਂ ਬਾਕੀਆਂ ਦੀ ਗੱਲ ਕੀਤੀ ਹੈ, ਫਿਰ ਵਿਰੋਧੀਆਂ ਦੀ ਗੱਲ ਕਰਦੇ ਆ। ਵਾਰੀ-ਵਾਰੀ ਨਿਸ਼ਾਨੇ ਤੇ ਲੈ ਲੈਂਦੇ ਆ ਤੁਹਾਡੇ ਸ਼ਬਦਾਂ ਦੇ ਵਿੱਚ। ਸਭ ਤੋਂ ਪਹਿਲਾਂ ਵਿਰੋਧੀ ਕਾਂਗਰਸ ਦੇ ਬਲਵਿੰਦਰ ਸਿੰਘ ਧਾਲੀਵਾਲ, ਕਿਉਂਕਿ ਸੋਮ ਪ੍ਰਕਾਸ਼ ਹੋਰਾਂ ਤੋਂ ਬਾਅਦ ਜਦੋਂ ਦੁਬਾਰਾ ਉਪ ਚੋਣਾਂ ਹੋਈਆਂ ਨੇ ਤੇ ਧਾਲੀਵਾਲ ਸਾਹਿਬ ਆ ਗਏ ਨੇ, ਕਿੱਥੇ ਕੁ ਦੇਖਦੇ ਹੋ ਉਹਨਾਂ ਦੇ ਕੰਮਾਂ ਨੂੰ ਤੇ ਕਿਹੜੇ ਸ਼ਬਦਾਂ ਦੇ ਵਿੱਚ ਉਹਨਾਂ ਤੇ ਨਿਸ਼ਾਨਾ ਸਾਧੋ? ਦੇਖੋ, ਮੈਂ ਕਿਸੇ ਦੇ ਉੱਤੇ ਵੀ ਵਿਅਕਤੀਗਤ ਨਿਸ਼ਾਨਾ ਨਹੀਂ ਸਾਧਦਾ। ਮੇਰਾ ਇੱਕ ਚੀਜ਼ ਦਾ ਸ਼ੁਰੂ ਤੋਂ ਰਿਹਾ ਹੈ ਕਿ ਸਾਡੀ ਲੜਾਈ ਕਿਤੇ ਵਿਅਕਤੀਗਤ ਰੂਪ 'ਚ ਨਹੀਂ ਹੈ। ਮੇਰੀ ਕਿਸੇ ਨਾਲ ਵੀ, ਜਾਂ ਧਾਲੀਵਾਲ ਨਾ ਹੋਣਗੇ, ਜਾਂ ਜਿੰਨੇ ਵੀ ਜੋਗਿੰਦਰ ਮਾਨ ਜੀ ਹੋਣਗੇ, ਜਾਂ ਆਪਣੇ ਗੜੀ ਸਾਹਿਬ ਹੋਣਗੇ, ਮੈਨੂੰ ਅਗਰ ਵਿਅਕਤੀਗਤ ਰੂਪ 'ਚ ਮਿਲਣ ਤਾਂ ਮੈਂ ਸਾਰਿਆਂ ਨੂੰ ਬੜੇ ਪਿਆਰ ਨਾਲ ਭਾਈਚਾਰਕ ਸਾਂਝ ਨੂੰ ਬਰਕਰਾਰ ਰੱਖਦੇ ਹਾਂ। ਸਾਡਾ ਰਾਜਨੀਤਿਕ ਦੇ ਵਿੱਚ ਅਸੀਂ ਵਿਚਾਰਾਂ ਦੀ ਲੜਾਈ ਲੜਦੇ ਹਾਂ, ਔਰ ਵਿਚਾਰਾਂ ਦੇ ਵਿੱਚ ਅਸੀਂ ਕੀ ਕਰਾਂਗੇ, ਮੈਂ ਕਿਸੇ ਨੇ ਕੀ ਕੀਤਾ ਕੀ ਨਹੀਂ ਕੀਤਾ ਮੈਂ ਉਹਦੇ ਤੇ ਨਹੀਂ ਜਾ ਰਿਹਾ। ਮੈਂ ਕੀ ਕਰਾਂਗਾ, ਮੈਂ ਇਹ ਕਹਾਂਗਾ ਕਿ ਮੈਂ ਲੋਕਾਂ ਦਾ ਪਹਿਲਾ ਵਿਸ਼ਵਾਸ ਜਿੱਤਿਆ, ਉਹਨਾਂ ਦੇ ਵਿਸ਼ਵਾਸ ਤੇ ਖਰਾ ਉਤਰਿਆ, ਔਰ ਗਾਹਾਂ ਖਰਾ ਉਤਰਾਂਗਾ। ਇਹ ਕਹਿਣਾ ਮੇਰਾ ਜਿਹੜੀ ਡਿਊਟੀ ਬਣਦੀ ਹੈ, ਨਾ ਕਿ ਮੈਂ ਉਹਨਾਂ ਨੂੰ ਕੁਰੇਦਾਂ। ਮੈਂ ਉਨੀ એનર્ਜੀ ਜਿੰਨੀ ਉਹਨਾਂ ਨੂੰ ਕੁਰੇਦਾਂ ਚ ਲਾਵਾਂ, ਉਨੀ ਉਸ ਤੋਂ ਵੱਧ એનર્ਜੀ ਮੈਂ ਕਿਉਂ ਨਾ ਉਹਦੇ ਆਪਣੇ ਹਲਕੇ ਦੇ ਫਗਵਾੜੇ ਦੇ ਵਿਕਾਸ ਚ ਲਾਵਾਂ। ਰਾਜਨੀਤੀ ਦੇ ਤੁਸੀਂ ਧੁਰੰਧਰ ਹੋ ਤੇ ਤੁਹਾਡੇ ਜਵਾਬਾਂ ਤੋਂ ਲੱਗਦਾ ਵੀ ਹੈ, ਕਿਉਂਕਿ ਆਪਣਿਆਂ ਦਾ ਤਾਂ ਦਿਲ ਜਿੱਤੋਗੇ, ਏਦਾਂ ਦੇ ਜਵਾਬ ਦੇ ਕੇ ਤਾਂ ਤੁਸੀਂ ਵਿਰੋਧੀਆਂ ਦੇ ਵੀ ਦਿਲ ਜਿੱਤ ਲਓਗੇ। ਕਿਤੇ ਨਾ ਹੋਵੇ ਕਿ ਸਵੇਰੇ ਧਾਲੀਵਾਲ ਸਾਹਿਬ ਲੱਡੂ ਲੈ ਕੇ ਤੁਹਾਡੇ ਘਰ ਮੋਹਰੇ ਖੜੇ ਹੋਣ। ਐਸਾ ਨਹੀਂ ਹੈ ਕਿ ਬਾਕੀ ਤਾਂ ਮੈਂ ਸਾਰਿਆਂ ਨਾਲ, ਅਗਰ ਵਿਅਕਤੀਗਤ ਰੂਪ ਚ ਮੇਰੀ ਸਾਰਿਆਂ ਨਾਲ ਸਾਂਝ ਰਹੀ ਹੈ, ਚਾਹੇ ਮੇਰੇ ਖਿਲਾਫ ਵੀ
भी ਮੰਨ ਲਓ ਜਿਨ੍ਹਾਂ ਨੇ ਚੁਣਾਵ ਲੜਿਆ, ਮੈਂ ਉਹਨਾਂ ਨਾਲ ਵੀ ਉਸ ਤੋਂ ਬਾਅਦ ਸਾਂਝ ਰਹੀ ਆ। ਔਰ ਤੁਸੀਂ ਦੇਖਿਆ ਉਹ ਸਾਡੇ ਆਪਣੇ ਜਿਹੜੇ ਸਮਾਜਿਕ ਫੰਕਸ਼ਨਾਂ ਦੇ ਵਿੱਚ ਅਸੀਂ ਸਾਰੇ ਇਕੱਠੇ ਹੁੰਦੇ ਆ। ਸੋ ਇਹਨਾਂ 'ਚ ਸਾਡੀ ਕੋਈ ਰਾਜਨੀਤਿਕ ਉਹਨਾਂ ਨਾਲ ਕੋਈ ਪਰਸਨਲ ਦੁਸ਼ਮਣੀ ਨਹੀਂ, ਅਸੀਂ ਉਹਨਾਂ ਨੂੰ ਕੋਈ ਪਰਸਨਲ ਨਹੀਂ ਕਰ ਰਹੇ। ਸਾਡੀ ਪਾਰਟੀ ਕੀ ਵਿਚਾਰਧਾਰਾ ਰੱਖਦੀ ਉਹਦੇ ਉੱਤੇ ਹੀ ਅਸੀਂ ਜਿਹੜਾ ਅੱਗੇ ਵਧਾਂਗੇ। ਬਿਲਕੁਲ, ਤੁਹਾਡੀ ਪਾਰਟੀ ਕੀ ਵਿਚਾਰਧਾਰਾ ਰੱਖਦੀ ਹੈ? ਕਿਉਂਕਿ ਲਗਾਤਾਰ ਦੋਸ਼ ਤਾਂ ਇਹ ਵੀ ਲੱਗਦੇ ਰਹੇ ਨੇ ਭਾਜਪਾ ਸਰਕਾਰ ਦੇ ਉੱਪਰ ਕਿ ਫਿਰਕੂ ਦੇ ਆਧਾਰ ਤੇ ਧਰੂਵੀਕਰਨ ਕੀਤਾ ਜਾਂਦਾ ਹੈ, ਧਰਮ ਦੀ ਰਾਜਨੀਤੀ ਕੀਤੀ ਜਾਂਦੀ ਹੈ। ਦੋਸ਼ ਤਾਂ ਅਜਿਹੇ ਲੱਗ ਹੀ ਜਾਂਦੇ ਨੇ। ਦੇਖੋ, ਇਹ ਜਿਹੜਾ ਕਹਿਣਾ ਤੇ ਦੋਸ਼ ਲਾਉਣਾ ਬੜਾ ਸੌਖਾ ਕੰਮ ਹੈ, ਪਰ ਦੋਸ਼ ਨੂੰ ਪ੍ਰੂਵ ਕਰਨਾ ਬੜਾ ਔਖਾ ਹੈ। ਦੋਸ਼ ਕੋਈ ਪ੍ਰੂਵ ਨਹੀਂ ਕਰ ਸਕਦਾ। ਤੁਸੀਂ ਐਸਾ ਕਿਹੜਾ ਵਰਗ ਹੈ ਜਿਹਦੇ ਲਈ ਭਾਜਪਾ ਨੇ ਕੰਮ ਨਹੀਂ ਕੀਤਾ? ਅੱਜ ਜਿਹੜੇ ਆ ਚਾਹੇ ਮੁਸਲਮਾਨ ਸਮੁਦਾਇ ਜਿਨ੍ਹਾਂ ਨੂੰ ਲੋਕੀ ਤੁਸੀਂ ਅੱਜ ਸੰਪਰਦਾਇਕ ਤੇ ਇਹ ਨਾਂ ਤੇ ਸਾਡੀ ਤਾਂ ਛਵੀ ਬਣਾਤੀ, ਜਦੋਂ ਦੀ ਸਾਡੀ ਸਰਕਾਰ ਹੈ ਕਿੰਨੇ ਦੰਗੇ ਹੋਏ, ਸੰਪਰਦਾਇਕ ਦੰਗੇ ਹੋਏ। ਯੂਪੀ ਦੇ ਵਿੱਚ ਹਰ ਰੋਜ਼ ਦੰਗੇ ਹੁੰਦੇ ਸੀ, ਹੁਣ ਕਿਉਂ ਨਹੀਂ ਹੁੰਦੇ? ਕਿਉਂਕਿ ਸਾਡੀ ਭਾਵਨਾ ਜਿਹੜੀ ਸਦਭਾਵਨਾ ਜਿਹੜੀ ਹੈ, ਤੁਸੀਂ ਦੇਖਿਆ ਹੋਣਾ ਕਿ ਭਾਰਤੀ ਜਨਤਾ ਪਾਰਟੀ ਦੇ ਸਾਰੇ ਜਿਹੜੇ ਹੋਰਡਿੰਗ ਲੱਗੇ ਆ ਕਿ ਭਾਜਪਾ ਦਾ ਨਾਰਾ ਜਿਹੜਾ ਭਾਈਚਾਰਾ ਸਾਡਾ, ਖੁਸ਼ਹਾਲੀ ਤੇ ਭਾਈਚਾਰਾ, ਮਤਲਬ ਸਾਡੀ ਖੁਸ਼ਹਾਲੀ ਮਤਲਬ ਏਰੀਆ ਦਾ ਵਿਕਾਸ ਔਰ ਭਾਈਚਾਰਾ, ਸਾਡੀ ਆਪਸੀ ਸਾਂਝ ਜਿਹੜੀ ਹੈ ਇਹ ਬਹੁਤ ਵੱਡੀ ਜ਼ਰੂਰੀ ਹੈ। ਜਦੋਂ ਸਾਡੀ ਆਪਸੀ ਸਾਂਝ ਹੋਏਗੀ, ਭਾਈਚਾਰਕ ਸਾਂਝ ਹੋਏਗੀ, ਫਿਰ ਅਸੀਂ ਖੁਸ਼ਹਾਲੀ ਵੱਲ ਨੂੰ ਵੀ ਤੁਰਾਂਗੇ। ਜਦੋਂ ਵਿਕਾਸ ਹੋਏਗਾ ਤੇ ਲੋਕਾਂ ਦੇ ਵਿੱਚ ਵਿਸ਼ਵਾਸ ਜਿਹੜਾ ਆ, ਉਹਨਾਂ ਦੇ ਇਕੱਲੇ ਵਿਕਾਸ ਤਾਂ ਹੋਏਗਾ ਪਰ ਲੋਕਾਂ ਦੇ ਦਿਲਾਂ 'ਚ ਵਿਸ਼ਵਾਸ ਵੀ ਹੋਏਗਾ। ਔਰ ਇਹਦੇ ਹੀ ਸਾਡਾ ਮੁੱਦਾ ਰਿਹਾ। ਬਾਕੀ ਤਾਂ ਜਿਹੜੀ ਅੱਜ ਜੇ ਅਸੀਂ ਮੁੱਦਿਆਂ ਦੀ ਗੱਲ ਕਰੀਏ, ਮੈਂ ਕਿਸੇ ਸਿਰਫ ਫਗਵਾੜੇ ਦਾ ਮੁੱਦਾ ਰੱਖੀਏ ਐਸਾ ਨਹੀਂ ਹੈ। ਸਾਡੇ ਲਈ ਤਾਂ ਦੇਸ਼ ਸਰਵੋਪਰੀ ਹੈ। ਔਰ ਦੇਸ਼ ਨੂੰ ਜਦੋਂ ਦੇਖਦੇ ਹਾਂ ਤਾਂ ਪੰਜਾਬ ਦਾ ਸੂਬਾ ਜਿਹੜਾ ਬਾਰਡਰ ਦੇ ਉੱਤੇ ਬੈਠਾ ਆ, ਔਰ ਸਾਨੂੰ ਅੱਜ ਦੀ ਡੇਟ 'ਚ ਸੁਰੱਖਿਆ ਦੀ ਦ੍ਰਿਸ਼ਟੀ ਨਾਲ ਇਹਦੀ ਸਾਂਭ ਸੰਭਾਲ ਕਰਨੀ ਬਹੁਤ ਜ਼ਰੂਰੀ ਹੈ। ਔਰ ਤੁਸੀਂ ਦੇਖਿਆ ਕਿ ਆਏ ਦਿਨ ਕਿਤੇ ਨਾ ਕਿਤੇ ਅਟੈਕ ਹੋਇਆ, ਪ੍ਰਧਾਨ ਮੰਤਰੀ ਜੀ ਆਏ, ਜਦੋਂ ਕਿਸ਼ਤੀ ਫੜੀ, ਪੈਸੇ ਫੜੇ, ਇਹ RDX ਫੜਿਆ, ਇਹ ਸਾਰਾ ਪਤਾ ਵੀ ਲੱਗਾ ਵੀ ਉਧਰੋਂ ਆ ਰਿਹਾ। ਔਰ ਇਹ ਜਿਹੜੀ ਸਾਡੇ ਇੱਥੇ ਪਿੱਛੇ ਤੁਸੀਂ ਦੇਖ ਲਿਆ ਕਿ ਵੀ ਪੰਜਾਬ ਦੇ ਵਿੱਚ ਕਿਤੇ ਨਾ ਕਿਤੇ ਜਦੋਂ ਦੀ ਮੰਨ ਲਓ ਭਾਜਪਾ ਅਸੀਂ ਸਾਈਡ ਤੇ ਹੋ ਗਏ ਤੇ ਨਾਲ ਭਾਈਚਾਰਕ ਸਾਂਝ ਟੁੱਟ ਗਈ। ਅੱਜ ਜਿਹੜੇ ਮਸਲੇ ਜਿਹੜੇ ਨਹੀਂ ਉੱਠਣੇ ਚਾਹੀਦੇ ਸੀ ਉਹ ਉੱਠਣ ਲੱਗ ਪਏ। ਬਿਲਕੁਲ, ਅੱਜ ਭਰਾ ਦੇ ਨੂੰ ਇੱਕ ਨਫ਼ਰਤ ਦੀ ਨਿਗਾਹ ਨਾਲ ਦੇਖਣ ਲੱਗ ਪਿਆ। ਇਹ ਰਾਜਨੀਤਿਕ ਪਾਰਟੀਆਂ ਦੀ ਜਿਹੜੀ ਸੋਚ ਹੈ, ਜਿਹੜੀ ਹੈ ਉਹ ਸਾਰੂ ਸੋਚ ਨਹੀਂ ਹੋ ਸਕਦੀ। ਇਹ ਕਿਤੇ ਨਾ ਕਿਤੇ ਤੋੜੇਗੀ ਹੀ ਤੋੜੇਗੀ। ਬਿਲਕੁਲ, ਸਾਂਪਲਤ ਸਾਹਿਬ, ਤੁਸੀਂ ਸਾਂਝ ਦੀ ਗੱਲ ਕੀਤੀ ਹੈ, ਸਾਰੀ ਗੱਲ ਕੀਤੀ ਹੈ, ਪਰ ਭਾਈਚਾਰਕ ਸਾਂਝ ਜਾਂ ਪਾਰਟੀ ਦੀ ਸਾਂਝ ਜਾਂ ਗੱਠਜੋੜ ਤਾਂ ਫਿਰ ਅਕਾਲੀ ਦਲ ਦੇ ਨਾਲ ਵੀ ਸੀ। ਤੇ ਕਿਸਾਨਾਂ ਦਾ ਜਦੋਂ ਸੰਘਰਸ਼ ਚੱਲਿਆ, ਇਸ ਨਾਲ ਜੁੜੇ ਦੋ ਸਵਾਲ ਨੇ ਕਿ ਕਿਸਾਨੀ ਸੰਘਰਸ਼ ਦਾ ਭਾਜਪਾ ਨੂੰ ਕਿੰਨਾ ਕੁ ਨੁਕਸਾਨ ਹੋਇਆ, ਤੇ ਦੂਸਰੀ ਗੱਲ ਇਸ 'ਚ ਜੋ ਤੁਹਾਡਾ ਨੁਕਸਾਨ ਹੋਇਆ ਕਿ ਅਕਾਲੀ ਦਲ ਤੁਹਾਡੇ ਨਾਲੋਂ ਵੱਖ ਹੋ ਗਿਆ, ਦਿਲੀ ਤੌਰ ਤੇ ਜੇਕਰ ਜੁੜੇ ਹੋਏ ਸੀ ਤਾਂ ਕਿੰਨਾ ਕੁ ਦੁੱਖ ਹੋਇਆ? ਦੇਖੋ, ਜਿੱਥੇ ਤੱਕ ਦਿਲੀ ਤੌਰ ਤੇ ਜੁੜੇ ਹੋਏ ਤੇ ਦੁੱਖ ਸੀ, ਕਿਉਂਕਿ ਅਸੀਂ ਜਿੰਨਾ ਚਿਰ ਰਾਜਨੀਤੀ ਕੀਤੀ ਹੈ, ਗਠਬੰਧਨ ਧਰਮ ਭਾਰਤੀ ਜਨਤਾ ਪਾਰਟੀ ਨੇ ਆਪਣਾ ਬਖੂਬੀ ਨਿਭਾਇਆ। ਐਸਾ ਕਿਤੇ ਵੀ ਤੁਸੀਂ ਆਰੋਪ ਭਾਰਤੀ ਜਨਤਾ ਪਾਰਟੀ ਤੇ ਨਹੀਂ ਲਗਾ ਸਕਦੇ ਜਿੱਥੇ ਤੁਸੀਂ ਇਹ ਕਹਿ ਦਿਓ ਕਿ ਭਾਰਤੀ ਜਨਤਾ ਪਾਰਟੀ ਨੇ ਫਲਾਨੀ ਜਗ੍ਹਾ ਤੇ ਜਿਹੜਾ ਗਠਬੰਧਨ ਧਰਮ ਨਹੀਂ ਨਿਭਾਇਆ। ਤੁਸੀਂ ਇਹ ਵੀ ਦੇਖਿਆ ਕਿ ਵੀ 10 ਸਾਲ ਸਰਕਾਰ ਜ਼ਰੂਰ ਰਹੀ ਹੈ, ਉਸ ਤੋਂ ਪਹਿਲਾਂ ਵੀ ਸਰਕਾਰ ਰਹੀ, ਭਾਈਚਾਰਕ ਸਾਡਾ ਗਠਬੰਧਨ ਵੀ ਰਿਹਾ, ਪਰ ਕਈ ਜਗ੍ਹਾ ਦੇ ਉੱਤੇ ਜਦੋਂ ਕਿਤੇ ਮਸਲੇ ਖੜੇ ਹੁੰਦੇ ਸੀ, ਅਸੀਂ ਸਾਂਝ ਨਾ ਟੁੱਟੇ ਤੇ ਅਸੀਂ ਬੈਕਫੁੱਟ ਤੇ ਆਉਂਦੇ ਸੀ। ਜਦਕਿ ਤੁਹਾਡੇ ਮੀਡੀਆ ਦੇ ਲੋਕ ਵੀ ਇਹ ਕਹਿੰਦੇ ਸੀ ਕਿ ਬੀਜੇਪੀ ਦਬੂ ਕਿਉਂ ਆ। ਅਸੀਂ ਦਬੂ ਨਹੀਂ ਸੀ, ਅਸੀਂ ਉਸ ਭਾਈਚਾਰਕ ਸਾਂਝ ਨੂੰ ਟੁੱਟਣਾ ਨਹੀਂ ਦੇਣਾ ਚਾਹੁੰਦੇ। ਔਰ ਜਿਹੜੀ ਅਸੀਂ ਕਹਿੰਦੇ ਸੀ ਕਿ ਗਠਬੰਧਨ ਜਿਹੜਾ ਹੈ ਇੱਕ ਸਮਾਜਿਕ ਗਠਬੰਧਨ ਆ, ਨਾ ਕਿ ਰਾਜਨੀਤਿਕ ਗਠਬੰਧਨ ਹੈ, ਔਰ ਅਸੀਂ ਉਸ ਨੂੰ ਕਿਤੇ ਵੀ ਟੁੱਟਣ ਨਹੀਂ ਦਿੱਤਾ। ਜਿੱਥੇ ਤੱਕ ਸੀ ਕਿ ਗੱਲ ਟੁੱਟਣ ਦੀ, ਕਿਉਂਕਿ ਅਸੀਂ ਜਿੰਨਾ ਚਿਰ ਉਹਨਾਂ ਨੇ ਰਾਜ ਕੀਤਾ, ਸਾਡੇ ਕੋਲ ਕੋਈ ਵੀ ਇੱਕ ਵੀ ਸਾਡੇ ਕੋਲ ਐਸੀ ਜਿਹੜੀ ਕਿਤੇ ਜ਼ਿੰਮੇਵਾਰੀ ਨਹੀਂ ਰਹੀ ਜਿਹਨੂੰ ਅਸੀਂ ਪਿੰਡਾਂ 'ਚ ਜਾ ਸਕੀਏ, ਕਿਸਾਨਾਂ ਤੱਕ ਜਿਹੜੀ ਗੱਲ ਕਰ ਸਕੀਏ। ਚਾਹੇ ਰੂਰਲ ਡਿਵੈਲਪਮੈਂਟ ਦੀ ਕੋਈ ਮੰਨ ਲਓ ਹੋਵੇ ਏਜੰਸੀ, ਚਾਹੇ ਉਹਨਾਂ ਦੀ ਪੇਂਡੂ ਵਿਕਾਸ ਦੇ ਨਾਲ ਸੰਬੰਧਿਤ ਕੋਈ ਹੋਵੇ, ਐਗਰੀਕਲਚਰ ਦੇ ਨਾਲ ਕੋਈ ਹੋਵੇ, ਮੰਡੀਆਂ ਦੀ ਗੱਲ ਹੋਵੇ, ਐਸੀ ਸਾਡੀ ਕਿਤੇ ਵੀ ਅਸੀਂ ਉਹਨਾਂ 'ਚ ਕਿਤੇ ਦਿਖਾਈ ਨਹੀਂ ਦਿੱਤੇ। ਨਾ ਤਾਂ ਰੂਰਲ ਡਿਵੈਲਪਮੈਂਟ ਸਾਡੇ ਕੋਲ ਕਦੀ ਰਿਹਾ, ਨਾ ਸਾਡੇ ਕੋਲ ਐਗਰੀਕਲਚਰ ਰਿਹਾ। ਸਾਡੇ ਕੋਲ ਤਾਂ ਇੰਨਾ ਆ ਕਿ ਪਨ ਐਗਰੋ, ਮਾਰਕਫੈਡ ਵਰਗੇ ਜਿਹੜੇ ਸੀ, ਉਹਨਾਂ ਦੀ ਚੇਅਰਮੈਨ ਹੀ ਤਾਂ ਬਹੁਤ ਦੂਰ ਦੀ ਗੱਲ, ਕਦੀ ਸਾਡੇ ਚੰਗੀ ਤਰ੍ਹਾਂ ਉੱਥੇ ਕੋਈ ਡਾਇਰੈਕਟਰ ਵੀ ਨਹੀਂ ਸੀ ਹੁੰਦੇ, ਜਿਨ੍ਹਾਂ ਨੂੰ ਕੋਈ ਵੀ ਨਹੀਂ ਪੁੱਛਦਾ, ਡਾਇਰੈਕਟਰ ਦਾ ਕੋਈ ਵੀ ਨਹੀਂ ਮਤਲਬ, ਯਾਨੀ ਸਾਡੇ ਉਹ ਵੀ ਨਹੀਂ ਰਿਹਾ। ਅਸੀਂ ਪੂਰੀ ਤਰ੍ਹਾਂ ਤੇ ਅਕਾਲੀ ਦਲ ਤੇ ਨਿਰਭਰ ਸੀਗੇ। ਔਰ ਜਦੋਂ
ਸਾਨੂੰ ਵਿਸ਼ਵਾਸ ਇਹੀ, ਅਸੀਂ ਜਦੋਂ ਕਿਤੇ ਪਿੰਡਾਂ ਵੱਲ ਨੂੰ ਜਾਂਦੇ ਸੀ ਉਹ ਸਾਨੂੰ ਇਹ ਕਹਿੰਦੇ ਸੀ ਨਹੀਂ ਤੁਸੀਂ ਆਪਣੀ ਸਾਂਝ ਆ, ਤੁਸੀਂ ਸ਼ਹਿਰਾਂ 'ਚ ਕਰੋ, ਅਸੀਂ ਪਿੰਡਾਂ 'ਚ ਕਰੀਏ ਕੰਮ। ਬਿਲਕੁਲ। ਜਦੋਂ ਸਾਨੂੰ ਲੋੜ ਪਈ ਤੇ ਸਭ ਤੋਂ ਪਹਿਲਾਂ ਸਾਨੂੰ ਧੋਖਾ ਕਿਸੇ ਨੇ ਦਿੱਤਾ ਤਾਂ ਉਹ ਅਕਾਲੀ ਦਲ ਸੀ, ਕਿਉਂਕਿ ਸਾਨੂੰ ਉਸ ਵੇਲੇ ਲੋੜ ਸੀ। ਹੁਣ ਜੇ ਕਹਿ ਦਈਏ ਕਿ ਵੀ ਤੁਸੀਂ ਉਹ ਕਿਸਾਨਾਂ ਦੀ ਗੱਲ ਕਰਕੇ ਸਾਨੂੰ ਟੁੱਟਿਆ, ਐਸਾ ਤਾਂ ਨਹੀਂ ਸੀ। ਉਹ ਤਾਂ ਪਹਿਲਾਂ ਵਕਾਲਤ ਕਰਦੇ ਸੀ ਇਹਨਾਂ ਬਿੱਲਾਂ ਦੀ, ਬਿਲਕੁਲ ਪਹਿਲਾਂ ਤਾਂ ਉਹਨਾਂ ਨੂੰ ਚੰਗੇ ਲੱਗਦੇ ਸੀ। ਪਰ ਜਦੋਂ ਦੇਖਿਆ ਕਿ ਵੀ ਉਧਰਲੇ ਪਾਸੇ ਆਕਰੋਸ਼ ਵੱਧ ਰਿਹਾ, ਜਿੱਥੇ ਉਹਨਾਂ ਨੂੰ ਚਾਹੀਦਾ ਸੀ ਕਿ ਇਹ ਜਾ ਕੇ ਸਾਡੀ ਵਕਾਲਤ ਕਰਕੇ ਉਹਨਾਂ ਨੂੰ ਸਮਝਾਉਂਦੇ, ਉਹ ਸਮਝਾਉਣ ਦੀ ਬਜਾਏ ਉਹਨਾਂ ਦੇ ਨਾਲ ਜਾ ਰਲੇ, ਜਿਹਦਾ ਨੁਕਸਾਨ ਜਿਹੜਾ ਆ ਉਹ ਪੰਜਾਬ ਨੂੰ ਵੀ ਹੋਇਆ ਤੇ ਭਾਜਪਾ ਨੂੰ ਵੀ ਹੋਇਆ, ਅਕਾਲੀ ਦਲ ਨੂੰ ਵੀ ਹੋਇਆ। ਜਦ ਕਿ ਉਸ ਵੇਲੇ ਉਹਨਾਂ ਨੂੰ ਸੰਭਾਲਣਾ ਚਾਹੀਦਾ ਸੀ। ਔਰ ਅੱਜ ਵੀ ਅਸੀਂ ਕਹਿੰਦੇ ਹਾਂ ਪ੍ਰਧਾਨ ਮੰਤਰੀ ਜੀ ਨੇ ਬਿੱਲ ਵਾਪਸ ਕਰ ਲਏ, ਪਰ ਉਹ ਲੋਕਾਂ ਦੇ ਉਹਨਾਂ ਨੇ ਹਿੱਤਾਂ ਨੂੰ ਦੇਖਿਆ ਔਰ ਉਹਨਾਂ ਨੇ ਦੇਸ਼ ਤੋਂ ਮਾਫੀ ਮੰਗੀ ਕਿ ਮੈਂ ਸਮਝਾ ਨਹੀਂ ਪਾਇਆ। ਪਰ ਸਿਰਫ ਸਮਝਾ ਕਿੱਥੇ ਨਹੀਂ ਪਾਏ, ਪੰਜਾਬ 'ਚ। ਬਿਲਕੁਲ। ਔਰ ਪੰਜਾਬ 'ਚ ਇਸ ਕਰਕੇ ਨਹੀਂ ਸਮਝਾ ਪਾਏ ਕਿ ਅਸੀਂ ਕਦੀ ਉਹਨਾਂ ਦੇ ਸੰਪਰਕ 'ਚ ਹੀ ਨਹੀਂ ਰਹੇ। ਕੋਈ ਕਿਸਾਨ ਨੇਤਾ ਕਿਸੇ ਵੀ ਭਾਜਪਾ ਦੇ ਨੇਤਾ ਦੇ ਵਿੱਚ ਕੋਈ ਸਿੱਧੇ ਤੌਰ ਤੇ ਸੰਪਰਕ 'ਚ ਨਹੀਂ ਸੀ, ਅਸਿੱਧੇ ਤੌਰ ਤੇ ਸੀ, ਡਾਇਰੈਕਟ ਕਿਤੇ ਵੀ ਸਾਡਾ ਸੰਪਰਕ ਨਹੀਂ। ਤੇ ਜਿਹਦਾ ਸਾਨੂੰ ਭਾਜਪਾ ਨੂੰ ਨੁਕਸਾਨ ਹੋਇਆ ਔਰ ਅਸੀਂ ਉਹ ਕਿਸਾਨ ਵੀਰਾਂ ਨੂੰ ਸਮਝਾ ਨਹੀਂ ਸਕੇ, ਜਿਹਦਾ ਖਮਿਆਜਾ ਸਾਨੂੰ ਭੁਗਤਣਾ ਪਿਆ। ਔਰ ਜਿਹਦੇ ਤੋਂ ਸਾਨੂੰ ਆਸ ਸੀ ਕਿ ਉਹ ਸਾਡੀ ਇਸ ਵੇਲੇ ਸਾਨੂੰ ਸਮਝਾਏਗਾ ਔਰ ਬਾਕੀਆਂ ਨੂੰ ਹਾਲਾਤਾਂ ਨੂੰ ਕੰਟਰੋਲ ਕਰੇਗਾ, ਪਰ ਉਹਨੇ ਹਾਲਾਤਾਂ ਨੂੰ ਕੰਟਰੋਲ ਕਰਨ ਦੀ ਬਜਾਏ ਅਕਾਲੀਆਂ ਉਹਦੀ ਬਲਦੀ ਅੱਗ 'ਚ ਹੋਰ ਘੇ ਪਾ ਕੇ ਉਹਨਾਂ ਨੂੰ ਅੱਗ ਚੱਕਿਆ। ਅੱਜ ਵੀ ਮੈਂ ਕਹਿੰਦਾ ਕਿ ਪ੍ਰਧਾਨ ਮੰਤਰੀ ਜੀ ਨੇ ਲੋਕਾਂ ਦੇ ਜਿਹੜੇ ਉਹਨਾਂ ਦਾ ਸਨਮਾਨ ਕੀਤਾ, ਉਹਨਾਂ ਦੇ ਵਿਚਾਰਾਂ ਦਾ। ਤੁਸੀਂ ਨਹੀਂ ਚਾਹੁੰਦੇ ਤਾਂ ਨਹੀਂ ਸਹੀ, ਬਿਲਕੁਲ, ਪਰ ਅਸੀਂ ਨਹੀਂ ਚਾਹੁੰਦੇ ਤਾਂ ਤੁਸੀਂ ਵਾਪਸ ਲੈ ਲੈਣੇ ਆ, ਕਿਉਂਕਿ ਦੇਸ਼ ਦਾ ਲੋਕਤੰਤਰ ਆ, ਲੋਕਾਂ ਦੇ ਨਾਲ ਚੱਲਣਾ। ਕਿ ਤੁਸੀਂ ਇਹ ਵੀ ਸਵਾਲ ਕੀਤਾ ਸੀ ਕਿ ਫਾਇਦਾ ਕਿਹਦਾ ਹੋਇਆ, ਨੁਕਸਾਨ ਕਿਹਦਾ ਹੋਇਆ। ਨੋ ਡਾਊਟ ਕਿ ਅਕਾਲੀ ਦਲ ਇਹ ਗਿਆ ਸੀ ਕਿ ਸ਼ਾਇਦ ਬਹੁਤ ਵੱਡਾ ਫੈਸਲਾ ਸਾਡੇ ਹੱਕ 'ਚ ਫੈਸਲਾ ਆ ਜਾਏ, ਕਿਸਾਨ ਸਾਡੇ ਵੱਲ ਆ ਜਾਣਗੇ। ਬਿਲਕੁਲ। ਪਰ ਅੱਜ ਤੁਹਾਨੂੰ ਵੀ ਦੇਖਦੇ ਕਿ ਉਹਨਾਂ ਨੂੰ ਫਾਇਦਾ ਤਾਂ ਕੁਝ ਨਹੀਂ ਹੋਇਆ। ਜਦੋਂ ਦਾ ਉਹਨਾਂ ਨੇ ਸਾਨੂੰ ਧੋਖਾ ਦਿੱਤਾ ਆ, ਤੁਸੀਂ ਇਹ ਦੇਖ ਰਹੇ ਹੋ ਕਿ ਅਕਾਲੀ ਦਲ ਦਾ ਗ੍ਰਾਫ ਡਿੱਗਿਆ ਆ। ਔਰ ਤੁਸੀਂ ਆਪ ਜਦੋਂ ਦਾ ਮੰਨ ਲਓ ਬਿੱਲ ਵਾਪਸ ਹੋਣ ਤੋਂ ਬਾਅਦ ਇੱਕਦਮ ਲੋਕਾਂ ਦੇ ਵਿੱਚ ਵਿਸ਼ਵਾਸ ਕਿੱਥੇ ਵਧਿਆ ਭਾਰਤੀ ਜਨਤਾ ਪਾਰਟੀ ਦਾ, ਔਰ ਇੱਕਦਮ ਭਾਰਤੀ ਜਨਤਾ ਪਾਰਟੀ ਦਾ ਗ੍ਰਾਫ ਜਿਹੜਾ ਆ ਉਹ ਅੱਪ ਗਿਆ। ਸੋ ਜਿਨ੍ਹਾਂ ਨੇ ਸਾਥ ਛੱਡਿਆ ਧੋਖਾ ਦੇਣ ਦੀ, ਉਹਦੀ ਮੰਨ ਲਓ ਉਹਨਾਂ ਨੂੰ ਅੱਜ ਉਹ ਗ੍ਰਾਫ ਉਹਨਾਂ ਦਾ ਰਿਹਾ ਨਹੀਂ। ਕੱਲ ਨੂੰ ਕੀ ਹੋਏਗਾ ਕੀ ਨਹੀਂ ਹੋਏਗਾ, ਉਹ ਆਪਣੇ ਵਿਚਾਰ ਕੀ ਬਣਾਉਂਦੇ ਆ। ਸੋ ਅਸੀਂ ਤਾਂ ਇਹ ਕਹਾਂਗੇ ਕਿ ਜਿਹੜਾ ਉਹਨਾਂ ਦਾ ਗ੍ਰਾਫ ਡਿੱਗਿਆ ਆ ਔਰ ਭਾਰਤੀ ਜਨਤਾ ਪਾਰਟੀ ਦਾ ਅਕਸ਼ ਲੋਕਾਂ ਦੇ ਦਿਲਾਂ ਦੇ ਵਿੱਚ ਵਧਿਆ ਆ, ਘਟਿਆ ਨਹੀਂ। ਸਨਮਾਨ ਵਧਿਆ ਆ। ਕਿ ਇਹ ਵੀ ਹੈ ਕਿ ਮੋਦੀ ਜੀ ਨੇ ਅਗਰ ਨਹੀਂ ਕਿਸੇ ਨੇ ਗੱਲ ਸਮਝਾ ਪਾਏ ਤਾਂ ਮੋਦੀ ਜੀ ਨੇ ਬਿੱਲ ਵਾਪਸ ਕਰ ਲਏ। ਇਹ ਬਹੁਤ ਵੱਡੀ ਗੱਲ ਸੀ। ਸੋ ਆਉਣ ਵਾਲੇ ਸਮੇਂ ਦੇ ਵਿੱਚ ਬਾਕੀ ਤਾਂ ਲੋਕਾਂ ਨੂੰ ਜਵਾਬ ਜਿਹੜਾ ਆ ਲੋਕਾਂ ਨੇ ਜਵਾਬ ਦੇਣਾ ਹੈ। 10 ਮਾਰਚ ਨੂੰ ਸਾਰਿਆਂ ਨੂੰ ਪਤਾ ਲੱਗ ਜਾਣਾ ਕਿ ਕੌਣ ਕਿੱਥੇ ਹੈ, ਅਸੀਂ ਕਿੱਥੇ ਆ ਕਿੱਥੇ ਨਹੀਂ, ਪਰ ਲੋਕਾਂ ਦੇ ਦਿਲਾਂ ਦੇ ਵਿੱਚ ਜਗ੍ਹਾ ਪਹਿਲਾਂ ਨਾਲੋਂ ਕਈ ਗੁਣਾ ਵਧੀ ਹੈ। ਇੱਕ ਗੱਲ ਹੋਰ ਕਿ ਪੰਜਾਬ ਲੋਕ ਕਾਂਗਰਸ ਦਾ ਤੇ ਅਕਾਲੀ ਦਲ ਸੰਯੁਕਤ ਦਾ ਤੁਹਾਡੇ ਨਾਲ ਆਣਾ, ਕਿਉਂਕਿ ਕਿਤੇ ਨਾ ਕਿਤੇ ਰਾਜਨੀਤੀ ਤਾਂ ਇੱਕ ਹੁੰਦੀ ਹੈ, ਰਣਨੀਤੀ ਤਾਂ ਇੱਕ ਹੁੰਦੀ ਹੈ ਕਿ ਚਲੋ ਜੇਕਰ 23 ਤੋਂ ਹੁਣ ਵੱਧ ਕੇ 65 ਸੀਟਾਂ ਤੇ ਲੜਨਾ ਹੈ ਤੇ ਸ਼ਹਿਰੀ ਖੇਤਰਾਂ ਦੇ ਵਿੱਚ ਕਿਤੇ ਨਾ ਕਿਤੇ ਭਾਜਪਾ ਦੀ ਇੱਕ ਜੜ ਹੈ ਤੇ ਪਿੰਡੂ ਖੇਤਰਾਂ ਵੱਲ ਵੀ ਹੁਣ ਫੈਲਾਅ ਕੀਤਾ ਜਾਵੇ, ਹੁਣ ਡੱਬੂ ਨਾ ਰਿਹਾ ਜਾਵੇ। ਤੇ ਕੈਪਟਨ ਸਾਹਿਬ ਨਾਲ ਜਦੋਂ ਹੁਣ ਸਹਿਯੋਗ ਹੋ ਗਿਆ, ਕੀ ਫਾਇਦਾ ਹੋਇਆ ਉਹਨਾਂ ਦਾ? ਲੱਗਦਾ ਕਿ ਹੋ ਸਕਦਾ ਹੈ, ਕਿਉਂਕਿ ਜੇਕਰ ਥੋੜਾ ਜਿਹਾ ਪਿਛੋਕੜ ਦੇਖੀਏ ਤਾਂ ਜ਼ਮਾਨਤਾਂ ਤੱਕ ਜ਼ਬਤ ਹੋਈਆਂ ਨੇ। ਦੇਖੋ ਜੀ, ਜ਼ਮਾਨਤਾਂ ਤੱਕ ਤਾਂ ਕਦੀ ਭਾਰਤੀ ਜਨਤਾ ਪਾਰਟੀ ਦਾ ਜਿਹੜਾ ਤੁਸੀਂ ਦੇਖਿਆ ਹੋਣਾ ਕਿ ਭਾਰਤੀ ਜਨਤਾ ਪਾਰਟੀ ਜਦੋਂ ਹਰਿਆਣਾ ਦੀ ਸਰਕਾਰ ਬਣੀ ਸੀ, ਇੱਕ ਸਮਾਂ ਐਸਾ ਵੀ ਆਇਆ ਸੀ ਕਿ ਸਾਰਿਆਂ ਦੀ ਜ਼ਮਾਨਤ 2-4 ਨੂੰ ਛੱਡ ਕੇ ਸਾਰਿਆਂ ਦੀ ਜ਼ਮਾਨਤਾਂ ਜ਼ਬਤ ਸੀ। ਪਰ ਅੱਜ ਹਰਿਆਣੇ ਦੇ ਕੀ ਹਾਲਾਤ ਨੇ? ਅੱਜ ਹਰਿਆਣਾ ਜਿਹੜਾ ਬੀਜੇਪੀ ਲੀਡ ਕਰ ਰਹੀ ਹੈ। ਬਾਕੀ ਜਦੋਂ ਸਾਡੀ ਤਾਂ ਅਸੀਂ ਪਾਰਟੀ ਸ਼ੁਰੂ ਤੋਂ ਹੋਈ ਜਨਸੰਘ ਵੇਲੇ, ਜੇ ਕਿਸੇ ਦੀ ਜ਼ਮਾਨਤ ਬਚ ਜਾਂਦੀ ਸੀ ਤੇ ਅਸੀਂ ਘਰ ਉਹਦੇ ਵਿੱਚ ਮਿਠਾਈ ਲੈ ਕੇ ਜਾਂਦੇ ਸੀ ਕਿ ਤੂੰ ਪਾਰਟੀ ਦਾ ਬਹੁਤ ਸਨਮਾਨ ਵਧਾਇਆ, ਤੇਰੀ ਜ਼ਮਾਨਤ ਬਚ ਗਈ। ਪਰ ਅਸੀਂ ਸੱਤਾ ਵੱਲ ਨੂੰ ਧਿਆਨ ਨਹੀਂ ਕੀਤਾ, ਅਸੀਂ ਸਿਧਾਂਤਾਂ ਤੇ ਖੜੇ ਰਹੇ। ਔਰ ਅੱਜ ਵੀ ਪਾਰਟੀ ਅਗਰ ਕੋਈ ਸਿਧਾਂਤ ਬਣਾਉਂਦੀ ਹੈ ਤਾਂ ਪਾਰਟੀ ਦੇ ਸਿਧਾਂਤਾਂ ਤੇ ਖੜੇ ਰਹਿੰਦੇ ਆ, ਕਿਉਂਕਿ ਰਾਜਨੀਤੀ ਕੇ ਵਿਚਾਰਾਂ ਦੀ ਲੜਾਈ ਹੁੰਦੀ ਹੈ। ਅਸੀਂ ਲੋਕ ਆਵਾਂਗੇ ਤੇ ਕੀ ਕਰਾਂਗੇ, ਦੇਸ਼ ਦਾ ਵਿਕਾਸ ਕੀ ਕਰਾਂਗੇ, ਇਹ ਵਿਚਾਰ ਨੇ ਹੁੰਦੇ ਨੇ। ਔਰ ਅਸੀਂ ਵਿਚਾਰਧਾਰਾ ਤੋਂ ਕਦੀ ਵੀ ਇੱਧਰ ਉੱਧਰ ਨਹੀਂ ਹੋਏ, ਆਪਣੀ ਇੱਕ ਆਈਡੀਓਲੋਜੀ ਬਣਾ ਕੇ ਚੱਲਦੇ ਹਾਂ, ਜਦਕਿ ਬਾਕੀ ਸਾਰੀਆਂ ਪਾਰਟੀਆਂ ਸੱਤਾ ਹਾਸਲ ਕਰਨ ਵੱਲ ਚੱਲਦੀ ਹੈ। ਅਸੀਂ ਉਸ ਦੇ ਵੱਲ ਨਹੀਂ, ਅਸੀਂ ਵਿਚਾਰਾਂ ਤੇ, ਔਰ ਵਿਚਾਰਾਂ ਦੇ ਉੱਤੇ ਆਪਣੇ ਸਿਧਾਂਤਾਂ ਤੇ ਖੜੇ ਅੱਜ ਹਿੰਦੁਸਤਾਨ ਦੀ
ਸਭ ਤੋਂ ਵੱਡੀ ਪਾਰਟੀ ਦੇ ਰੂਪ 'ਚ ਅਸੀਂ ਰਾਜ ਕਰ ਰਹੇ, ਦੂਸਰੀ ਵਾਰ ਆ ਗਏ। ਔਰ ਜੇ ਮੈਂ ਹਿੰਦੁਸਤਾਨ ਦੀ ਨਹੀਂ, ਪੂਰੀ ਦੁਨੀਆ ਦੀ ਸਭ ਤੋਂ ਵੱਡੀ ਰਾਜਨੀਤਿਕ ਪਾਰਟੀ ਅੱਜ ਭਾਰਤੀ ਜਨਤਾ ਪਾਰਟੀ ਹੈ, ਜਿਹੜੀ ਕਦੇ ਜ਼ਮਾਨਤ ਬਚ ਜਾਣ ਦੇ ਉੱਤੇ ਜਾਂਦੀ ਸੀ, ਪਰ ਲੋਕਾਂ ਦੇ ਵਿੱਚ ਕੰਮ ਕਰਦਿਆਂ ਹੋਇਆ, ਆਪਣੇ ਸਿਧਾਂਤਾਂ ਤੇ ਖਰੇ ਉਤਰਦੇ ਹੋਇਆ ਲੋਕਾਂ ਦੇ ਦਿਲਾਂ 'ਚ ਜਗ੍ਹਾ ਬਣਾਈ ਹੈ। ਔਰ ਉਹਦੇ ਨਤੀਜੇ ਤੁਹਾਡੇ ਸਾਹਮਣੇ ਨੇ। ਔਰ ਪੰਜਾਬ ਉਹਨਾਂ ਦਾ ਜਿਹੜਾ ਉਹ ਜ਼ਰੂਰ ਸਤਿਕਾਰ ਕਰਦਾ ਹੋਇਆ ਸਿਧਾਂਤਾਂ ਦੇ, ਕਿਉਂਕਿ ਬਾਕੀਆਂ ਕੋਲ ਮੈਨੂੰ ਕਿਸੇ ਦਾ ਸਿਧਾਂਤ ਨਹੀਂ ਦੇਖ, ਤੁਸੀਂ ਦੇਖ ਰਹੇ ਹੋ ਰੋਜ਼ ਟੀਵੀ ਤੇ ਦੇਖਦੇ ਹੋ, ਲੋਕਾਂ ਦੀਆਂ ਪ੍ਰੈਸ ਕਾਨਫਰੰਸਾਂ ਦੇਖਦੇ ਹੋ, ਉਹਨਾਂ ਦੀ ਕਿਤੇ ਕੋਈ ਭਾਸ਼ਾ ਦੇ ਉੱਤੇ ਕੰਟਰੋਲ ਨਹੀਂ ਹੈ। ਕਿਸੇ ਦਾ ਕੋਈ ਮੰਨ ਲਓ ਰਾਜਨੀਤੀ ਅਸੀਂ ਵਿਚਾਰਾਂ ਦੀ ਲੜਾਈ ਹੈ, ਸਾਡੀ ਕੋਈ ਭਾਈਚਾਰਕ ਲੜਾਈ ਥੋੜ੍ਹਾ। ਸਾਡੀ ਭਾਈਚਾਰਕ ਸਾਂਝ ਤਾਂ ਮਜ਼ਬੂਤ ਹੋਣੀ ਚਾਹੀਦੀ ਹੈ, ਪਰ ਅਸੀਂ ਰਾਜਨੀਤਿਕ ਲੜਾਈ ਨੂੰ ਭਾਈਚਾਰਕ ਲੜਾਈ ਬਣਾਤੀ, ਜਿਹਦਾ ਖਮਿਆਜਾ ਅੱਜ ਪੰਜਾਬ ਭੁਗਤ ਰਿਹਾ ਆ। ਔਰ ਜੇ ਇਹੋ ਹੀ ਨਾ ਰੋਕਿਆ ਗਿਆ ਤਾਂ ਦੇਸ਼ ਦੇ ਵਿੱਚ ਇਹ ਫੈਲੇਗੀ। ਔਰ ਹਮੇਸ਼ਾ ਅਸੀਂ ਕਿਸੇ ਨਾਲ ਵੀ ਬੋਲਦੇ ਹਾਂ, ਚਾਹੇ ਆਪੋਜੀਸ਼ਨ ਦਾ ਹੋਵੇ, ਉਹ ਲੀਡਰ ਆ ਤਾਂ ਉਹਦਾ ਸਤਿਕਾਰ ਦੇ ਨਾਲ ਜ਼ਰੂਰ ਕਰ, ਕਿਉਂਕਿ ਲੋਕਾਂ 'ਚ ਜਗ੍ਹਾ ਰੱਖਦਾ ਤਾਂ ਹੀ ਲੀਡਰ ਬਣਿਆ। ਉਹ ਕਿੰਨਾ ਵੱਡਾ ਲੀਡਰ ਹੈ ਕਿੰਨਾ ਛੋਟਾ ਹੈ ਇਹਦੀ ਮਤਲਬ ਨਹੀਂ ਹੁੰਦਾ, ਪਰ ਅਸੀਂ ਆਪਣੇ ਵਿਚਾਰ ਦੇਣੇ ਆ ਲੋਕਾਂ ਨੂੰ ਕਿ ਅਸੀਂ ਅਗਰ ਆਏ ਤਾਂ ਅਸੀਂ ਆਹ ਕਰਾਂਗੇ, ਅਸੀਂ ਆਹ ਕਰਾਂਗੇ, ਅਸੀਂ ਆਹ ਕਰਾਂਗੇ। ਪਰ ਇੱਥੇ ਤਾਂ ਦੋ ਹੀ ਚੀਜ਼ਾਂ ਹੈ, ਜਾਂ ਤਾਂ ਗਾਲਾਂ ਵਾਲਾ ਕੱਢ ਲਓ, ਉਲਟਾ ਸਿੱਧਾ ਬੋਲ ਲਓ, ਕੋਈ ਮੁੱਛਾਂ ਨੂੰ ਤਾ ਦੇਈ ਜਾਂਦਾ, ਕੋਈ ਬਾਹਾਂ ਖੜੀਆਂ ਕਰੀ ਜਾਂਦਾ ਹੈ, ਕੋਈ ਚੁਟਕਲੇ ਸੁਣਾਈ ਜਾਂਦਾ, ਕੋਈ ਗਾਣੇ ਸੁਣਾਈ ਜਾਂਦਾ, ਕੋਈ ਕਵਿਤਾਵਾਂ ਸੁਣਾ ਕੇ। ਮੰਨ ਲਓ ਦੇਸ਼ ਨੂੰ ਗਰੀਬ ਜਿਹੜਾ ਇਸ ਤਰ੍ਹਾਂ ਦਾ ਮਜ਼ਾਕੀਆ ਨਹੀਂ, ਲੋਕਾਂ ਨੂੰ ਗੰਭੀਰ ਜਿਹੜੇ ਆ ਉਹ ਨੇਤਾਵਾਂ ਦੀ ਲੋੜ ਹੈ, ਔਰ ਜਿਹੜੇ ਸੂਬੇ ਦੀ ਔਰ ਦੇਸ਼ ਦੀ ਨੁਹਾਰ ਨੂੰ ਸੰਭਾਲ ਸਕਣ। ਔਰ ਸਿਰਫ ਅਸੀਂ ਵੋਟ ਲੈ ਲਈਏ ਤੇ ਸੱਤਾ ਲੈ ਲਈਏ, ਉਹਦੇ ਲਈ ਅਸੀਂ ਆਹ ਵੀ ਮੁਫਤ ਦੇ ਦਿਓ, ਆਹ ਵੀ ਮੁਫਤ ਦੇ ਦਿਓ, ਆਹ ਵੀ ਮੁਫਤ ਦੇ ਦਿਓ। ਦੇਖੋ ਲੋੜਾਂ ਅਨੁਸਾਰ ਦੇਣਾ ਹੁੰਦਾ ਹੈ, ਬਿਲਕੁਲ। ਹਰੇਕ ਜਿਹੜਾ ਪਿਛੜ ਜਾਂਦਾ ਹੈ ਉਹਨੂੰ ਅੱਗੇ ਲਿਆਉਣਾ ਹੁੰਦਾ ਹੈ। ਇਹ ਇੱਕ ਜ਼ਿੰਮੇਵਾਰੀ ਸਰਕਾਰਾਂ ਦੀ ਹੁੰਦੀ ਹੈ, ਪਰ ਇਹ ਨਹੀਂ ਹੈ ਕਿ ਜਿਹੜਾ ਠੀਕ ਠਾਕ ਆ ਉਹਨੂੰ ਵੀ ਲਾਲਚ ਦੇ ਕੇ ਅਸੀਂ ਸੱਤਾ ਵੱਲ ਨੂੰ ਆਈਏ। ਉਹ ਰਾਜਨੀਤੀ ਦੀ ਕੋਈ ਵਿਚਾਰਧਾਰਾ ਨਹੀਂ ਹੈ, ਉਹ ਸੱਤਾ ਹਾਸਲ ਕਰਨ ਦਾ ਤਰੀਕਾ ਤਾਂ ਹੋ ਸਕਦਾ, ਉਹ ਬਾਕੀ ਅੱਗੇ ਆਉਣ ਦਾ ਜਾਂ ਕਿਸੇ ਨੂੰ ਦਬਾਉਣ ਦਾ ਜਾਂ ਉਹਦਾ ਤਾਂ ਹੋ ਸਕਦਾ, ਪਰ ਉਹ ਦੇਸ਼ ਨੂੰ, ਪ੍ਰਦੇਸ਼ ਨੂੰ, ਸੂਬੇ ਨੂੰ, ਸਮਾਜ ਨੂੰ ਕੁਝ ਨਹੀਂ ਦੇ ਸਕਦਾ। ਬਿਲਕੁਲ ਸਾਂਪਲਾ ਸਾਹਿਬ, ਤੁਸੀਂ ਕਿਹਾ ਕਿ ਸੱਤਾ ਹਾਸਲ ਕਰਨਾ ਚਾਹੁੰਦੇ ਨੇ ਕਿਸੇ ਨਾ ਕਿਸੇ ਤਰ੍ਹਾਂ, ਤਾਂ ਅਜਿਹਾ ਕੁਝ ਹੁੰਦਾ। ਜੇਕਰ ਭਾਜਪਾ ਦੀ ਗੱਲ ਕਰੀਏ ਤੇ 2 ਸਵਾਲ ਇੱਥੇ ਵੀ ਫਿਰ ਤੋਂ ਨੇ ਕਿ 117 ਸੀਟਾਂ ਤੇ ਲੜਨਾ ਕਿੰਨਾ ਕੁ ਵੱਡੀ ਚੁਣੌਤੀ ਹੋਈ ਹੈ, ਕਿਉਂਕਿ ਇੰਨੇ ਉਮੀਦਵਾਰ ਵੀ ਚਾਹੀਦੇ ਸੀ, ਕਿਸਾਨੀ ਅੰਦੋਲਨ ਹੁਣੀ ਹੋ ਕੇ ਹਟਿਆ ਸੀ, ਕਿਸੇ ਨੂੰ ਨਹੀਂ ਪਤਾ ਸੀ ਕਿ ਭਾਜਪਾ ਦਾ ਇੱਕਦਮ ਗ੍ਰਾਫ ਵਧੇਗਾ। ਤੇ ਦੂਸਰੀ ਗੱਲ, ਜਿਨ੍ਹਾਂ ਨੂੰ ਕਾਂਗਰਸ ਨੇ ਟਿਕਟ ਨਹੀਂ ਦਿੱਤੀ ਤੇ ਉਹ ਭਾਜਪਾ 'ਚ ਚਲਿਆ ਗਿਆ ਤੇ ਭਾਜਪਾ ਨੇ ਉਹਨਾਂ ਨੂੰ ਟਿਕਟ ਦਿੱਤੀ, ਚਾਹੇ ਉਹ ਗੜਸ਼ੰਕਰ ਤੋਂ ਨਿਮਿਸ਼ਾ ਹੋਣ ਜਾਂ ਫਿਰ ਫਤਿਹਜੰਗ ਸਿੰਘ ਬਾਜਵਾ ਹੋਣ, ਜਾਂ ਜਿਹੜਾ ਵੀ ਕੋਈ ਟਿਕਟ ਦੇ ਲਈ ਜਾਂਦਾ ਸੀ, ਭਾਜਪਾ ਨੇ ਨਿਰਾਸ਼ ਨਹੀਂ ਕੀਤਾ। ਫਿਰ ਸੱਤਾ ਦੀ ਭੁੱਖ ਲਈ ਤਾਂ ਉਹਨਾਂ ਨੇ ਵੀ ਤਾਂ ਆਪਣੀ ਪਾਰਟੀ ਛੱਡੀ ਹੈ। ਅਜਿਹੇ ਉਮੀਦਵਾਰ ਜਦੋਂ ਆਉਂਦੇ ਨੇ ਤੇ ਕੋਈ ਟਿੱਪਣੀ ਨਹੀਂ ਕਰਦੇ ਤੁਸੀਂ ਪਾਰਟੀ ਦੇ ਅੰਦਰ ਵਰਕਰ? ਦੇਖੋ, ਜਦੋਂ ਪਾਰਟੀ ਦਾ ਵਿਸਤਾਰ ਕਰਨਾ ਹੈ, ਐਸਾ ਤਾਂ ਹੈ ਹੀ ਨਹੀਂ ਕਿ ਹੁਣ ਅੱਜ ਜਿਹੜਾ ਕੋਈ ਬੱਚਾ ਜੰਮੇਗਾ ਅਸੀਂ ਉਹਨੂੰ ਕੰਟਰੋਲ ਕਰਦੇ ਹੋਏ ਤੇ 20 ਸਾਲ ਬਾਅਦ 22-25 ਸਾਲ ਬਾਅਦ ਉਹਨੂੰ ਚੁਣਾਵ ਲੜਾ। ਇਹ ਅਸੀਂ ਕੰਮ ਕਰਦੇ ਹੋਏ ਅੱਗੇ ਵਧਦੇ ਆ ਔਰ ਲੋਕਾਂ ਦੇ ਵਿੱਚ ਅਕਸ਼ ਬਣਾ ਰਹੇ। ਇਹ ਲੋਕਾਂ ਦਾ ਵਿਸ਼ਵਾਸ ਆ ਰਿਹਾ ਕਿ ਅਸੀਂ ਭਾਜਪਾ ਵੱਲ ਚਲੇ ਜਾਈਏ। ਕਿਉਂ ਜਾ ਰਹੇ? ਕਿਉਂਕਿ ਉਹਨਾਂ ਨੂੰ ਭਵਿੱਖ ਨਜ਼ਰ ਆਉਂਦਾ ਹੈ। ਔਰ ਬਾਕੀਆਂ ਨੂੰ ਸ਼ਾਮਲ ਕਰਨਾ, ਸਾਡਾ ਪਾਰਟੀਆਂ ਦੇ ਵਿਸਤਾਰ ਤਾਂ ਇਸੇ ਤਰ੍ਹਾਂ ਹੀ ਹੁੰਦੇ ਨਾ ਕਿ ਅਸੀਂ ਦੂਸਰਿਆਂ ਨੂੰ ਸ਼ਾਮਲ ਕਰੀਏ। ਔਰ ਕਿਉਂ ਹੋਣਗੇ? ਜਦੋਂ ਅੱਛਾ ਕੰਮ ਕਰਾਂਗੇ, ਅੱਛਾ ਅਕਸ਼ ਹੋਏਗਾ ਤਾਂ ਹੀ ਕਰਨਗੇ। ਔਰ ਜੇ ਕੋਈ ਉਹਨਾਂ ਦੀ ਵਿਚਾਰਧਾਰਾ ਦੇ ਵਿੱਚ ਪਹਿਲਾਂ ਕਿਤੇ ਉਹ ਰਹੀ ਹੈ, ਉਹ ਇਸ ਚੀਜ਼ ਨੂੰ ਮੰਨ ਕੇ ਆਉਂਦਾ ਕਿ ਭਾਰਤੀ ਜਨਤਾ ਪਾਰਟੀ ਦੀ ਜਿਹੜੀ ਆਈਡੀਓਲੋਜੀ ਆ ਉਹ ਠੀਕ ਹੈ, ਉਹ ਜਦੋਂ ਕਰਕੇ ਆਉਂਦਾ ਉਹ ਅਲੱਗ ਚੀਜ਼ ਹੈ। ਜੇ ਉਹ ਸ਼ਾਮਲ ਕਰਕੇ, ਤੇ ਐਸਾ ਤਾਂ ਹੈ ਨਹੀਂ ਕਿ ਉਹਨਾਂ ਦੇ ਕਲਚਰ ਨੂੰ ਹੀ ਅਡਾਪਟ ਕਰਕੇ ਆਏ, ਉਹਨਾਂ ਨੂੰ ਭਾਰਤੀ ਜਨਤਾ ਪਾਰਟੀ ਦੇ ਕਲਚਰ ਨੂੰ ਹੀ ਅਡਾਪਟ ਕਰਨਾ ਹੁੰਦਾ। ਔਰ ਜਦੋਂ ਭਾਰਤੀ ਜਨਤਾ ਪਾਰਟੀ ਦਾ ਕਲਚਰ ਨੂੰ ਅਡਾਪਟ ਕਰ, ਮਤਲਬ ਵਿਚਾਰ, ਕਲਚਰ ਦਾ ਮਤਲਬ ਵਿਚਾਰਧਾਰਾ, ਉੱਥੇ ਦੀ ਵਿਚਾਰਧਾਰਾ ਅਲੱਗ ਤਰ੍ਹਾਂ ਦੀ ਸੀ, ਉੱਥੇ ਦੇ ਕਈ ਤਰੀਕੇ ਚੱਲਦੇ ਆ। ਮੈਂ ਉਹਨਾਂ ਦੇ ਵਿੱਚ ਨਹੀਂ ਜਾਣਾ ਚਾਹਾਂ, ਕਿਸੇ ਤੇ ਰੋਪ ਨਹੀਂ ਕਰਾਂ, ਪਰ ਭਾਰਤੀ ਜਨਤਾ ਪਾਰਟੀ ਦੇ ਵਿੱਚ ਮੈਂ ਗਰੀਬ ਪਰਿਵਾਰ ਚੋਂ ਹਾਂ। ਅੱਜ ਤੱਕ ਮੈਨੂੰ ਤਾਂ ਪਾਰਟੀ ਨੇ ਸਨਮਾਨ ਹੀ ਦਿੱਤਾ, ਉਹ ਮੇਰੇ ਕੋਲ ਕਦੀ ਮੰਗ ਨਹੀਂ ਕੀਤੀ। ਉਧਰ ਤਾਂ ਤੁਹਾਨੂੰ ਪਤਾ ਕੀ ਚੱਲਦਾ, ਆਪਾਂ ਉਹਦੇ ਤੇ ਵੀ ਨਹੀਂ ਜਾ ਸਕਦੇ। ਸੋ ਇਸ ਕਰਕੇ ਲੋਕ ਕੋਈ ਆਉਂਦੇ ਆ ਤਾਂ ਉਹਨਾਂ ਦਾ ਸਤਿਕਾਰ ਕਰਨਾ ਸਾਡਾ ਕੰਮ ਹੈ। ਜਿਹੜਾ ਸਾਡੇ ਲਈ ਸਾਡੀ ਵਿਚਾਰਧਾਰਾ ਨੂੰ ਫੋਲੋ ਕਰਦਾ ਹੋਇਆ ਆਂਦਾ ਆ, ਅਸੀਂ ਉਹਨੂੰ ਔਰ ਤੁਸੀਂ ਇਹ ਵੀ ਦੇਖਿਆ ਹੋਣਾ ਕਿ ਅੱਜ ਤੱਕ ਬਾਕੀ ਸਾਰੀਆਂ ਰਾਜਨੀਤਿਕ ਪਾਰਟੀਆਂ ਦੇ ਖੰਡਿਤ ਹੋਈਆਂ, ਟੁੱਟੀਆਂ ਆ। ਭਾਰਤੀ ਜਨਤਾ ਪਾਰਟੀ ਦਾ ਕਦੀ ਵੀ ਇੱਥੇ ਤੋੜ ਜਿਹੜਾ ਆ, ਇੱਕ ਬਾਕੀ ਅਕਾਲੀ ਦਲ ਟੁੱਟਿਆ ਤਾਂ A ਬਣ ਗਿਆ, B ਬਣ ਗਿਆ, C ਬਣ ਗਿਆ, ਕਾਂਗਰਸ ਟੁੱਟੀ ਤਾਂ ਕੋਈ A ਬਣ ਗਿਆ, C ਬਣ ਗਿਆ। ਤੁਸੀਂ ਭਾਰਤੀ ਜਨਤਾ ਪਾਰਟੀ ਦਾ ਕੋਈ ਵੀ ਐਸਾ
वर्टिकल या पैरेलल ग्रुप कदी नहीं बनया। विचारधारा नाल जे नहीं आ तो वो घर बैठ जाते, बिल्कुल, पर कदी भी भारतीय जनता पार्टी की विचारधारा तो फिर भी कदी वख नहीं होए। सो ये एक खूबसूरती भारतीय जनता पार्टी के कल्चर विचारधारा की भी है। बिल्कुल। सांपला साहब, दलित पत्ता खेडिया गया कांग्रेस दे वल्लों, चन्नी साहब नूं अगे लिआंदा गया, कैप्टन साहब नूं जिस तरह लांभे कीता गया, इस सारे घटनाक्रम ते की तुसीं टिप्पणी करोगे? ते जिहड़ा दलित दा पत्ता हमेशा ही खेडिया जांदा है, उस बारे तुसीं की कहोगे? देखो, दलित पत्ता कहना तो, क्योंकि मैं मीडिया दे विच बहुत सारा देखदा, दलित कार्ड जिहड़ी हुण रिजर्व सीटां आ उत्ते कौन लड़ेगा? बिल्कुल, एससी सीट जिहड़ी रिजर्व, एससी सीट ते हुण मैनूं तुसीं कहोगे, कल मैनूं भी कल किसी मीडिया ने कहा कि जी भाजपा भी दलित कार्ड खेल रही है। 34 सीटां जे रिजर्व है तो रिजर्व दे विचों एक मैं भी लड़ना है, ठीक है, ते इहनूं दलित कार्ड किदां कह सकदे आ? हाँ, जिन्हां नूं दलित करके जिद्दां कैप्टन साहब नूं उतारना एक मंदभागा सी, क्योंकि लास्ट में और जदों बनाना तो फिर दलितां दा की सवार कार्ड खेलना तो दलितां दा पहलां सवारना पेगा। अज पोस्ट मैट्रिक स्कॉलरशिप की समस्या का की समाधान किया? कोई समाधान नहीं। जिहड़ी पुरानी दा तो कोई समाधान नहीं किया। नवीं जिहड़ी आई सी केंद्र ने तो 60% भेज दिते, पर जिहड़ी पंजाब ने हाले तक नहीं 40% जिहड़ा देना सी वो नहीं दिता। हुण इहदे च दलित कार्ड दे विच दलित दा फायदा की होया? दलित दा बच्चा तो जिहड़ा दलित समाज दा अगर कोई आउण वाला भविख है वो तो स्टूडेंट ही है ना, तो स्टूडेंट नूं तो तुसीं मारन ते लगे हैं, ते दलित कार्ड किदां हो गया इन्हां ने खेलता? ये तो एक दिखालण लई कीता, हकीकत दे विच वो नहीं सी। ये हाथी के दांत खाने के और दिखाने के और वो हिसाब जिहड़ी सीगी। सो असीं जिहड़ा करदे आ, असीं जो कहने आ वो करदे आ। अज तक भारतीय जनता पार्टी ने जे दलितां नूं कोई भी वादा कीता तां कीता है, ते जे स्कॉलरशिप आउंदी सारी टाइम ते आंदी कि नहीं आंदी? असीं दिखावा नहीं कर रहे, असीं किते भी इहदा शोर शराबा नहीं कीता कि असीं जी आ करता। असीं जो कीता वो चल रहा, जाके तुसीं देख सकदे हो। सो ये जिहड़ा काम करना और रौला पाउणा, ये फर्क आ। वो मीडिया दे विच पा के जां पोस्टर लगा के जां होर्डिंग लगा के प्रचार करदे ने, असीं धरातल दे उत्ते काम करदे होए अपना काम। बिल्कुल। सांपला साहब, अकाली दल ने बसपा नाल गठजोड़ कर लिया क्योंकि पंजाब दे विच 30% तो वध वड्डा वोट बैंक है अनुसूचित जातियां दा, दलितां दा, ते वोट बैंक नूं प्रभावित करन लई अपने वल खिੱਚਣ दे लई अकाली दल दा बसपा नाल हो गया, कांग्रेस ने चन्नी साहब नूं अगे कर लिया। फिर इस गल ते किन्नी क मोहर लगाओगे कि तुसीं भी अनुसूचित जातियां दे कमीशन दे चेयरमैन हो, ते भाजपा ने भी तां फिर वोट बैंक अपने वल करना सी, तुहानूं मैदान च उतार दिता? ऐसा नहीं है कि मैं तो पहला ये तो नहीं है कि मैं पहला राजनीति च नहीं रहा या पहला चुनाव नहीं लड़े या भारतीय जनता पार्टी का जे मैं चेयरमैन सीगा तो मैनूं तुसीं कदी ये तो नहीं कहा ना भी वो बीजेपी छड्ड के गया आ। मैं तो हमेशा भारतीय जनता पार्टी दे विच रहा हाँ, इहदे च तां किते शक नहीं है। बस जिथे तक तुसीं गठबंधनां दी बाकियां दी गल करदे आ, भारतीय जनता पार्टी दे एक गठबंधन अकाली दल नाल भी रहा तो लोकां दे विच विश्वास सी कि बीजेपी दी वोट अकाली दल नूं जाएगी, अकाली दल दी वोट बीजेपी नूं जाएगी। एक लोकां च विश्वास सी, आपसे भाईचारक असीं सांझ बना के रखी सी और एक दूसरे दे विश्वास करदे सी। पर तुसीं ये दसो दिल दे उत्ते हथ रख के अज समाज च जाके पुछो अकाली बसपा दा जिहड़ा गठबंधन है इस तरीके दा है? जाके समाज च पुछो, वो कहंदा कदी भी नहीं, एक दूसरे की वोट ही ट्रांसफर नहीं होनी। ये कोई होर नहीं कह रहा, ये उन्हां दे ओही लोग कह रहे हैं कि उन्हां दे एक दूसरे ते विश्वास नहीं है। अकाली दल नूं बीएसपी ते विश्वास नहीं है, बीएसपी नूं अकाली दल ते विश्वास नहीं है। वो तो बीएसपी वाले तो कहंदे साडी ते पार्टी दे उत्ते कब्जा कर लिया, सारे कैंडीडेट ही इन्हां ने दे दित्ते, साडे तो एक दो छड्ड के बाकी सारे कैंडीडेट तां अकाली। मतलब एक तरह विश्वास जिहड़ा आ अज विश्वास किते नहीं है। सो साडी जदों असीं गठबंधन निभाउने तो असीं विश्वास पहला पैदा करदे आ। अज जे कैप्टन साहब दे नाल आ तां असीं जिहड़ा उन्हां नूं भी पूरा विश्वास है कि असीं नाल आ। और इसे तरह ही ढींडसा साहब है, असीं ये किते नहीं देखिया पार्टी वड्डी आ उहदा किन्ना छोटा है। गठबंधन जदों हो गया तो पहला तक तो असीं जो कुछ सोचते, जदों गठबंधन हो गया फिर एक दूसरे दे परिपूरक है, फिर उहदे पूरी तरह करना और पूरी तरह विश्वास करना, ये जिहड़ा साडा काम आ। और यही असीं विश्वास हले तक जित्तिया, जबकि बाकी पार्टियां दे गठबंधन कोई विश्वास नहीं जित पाया। बिल्कुल, जिवें तुसीं कहा कि पहलां तुहाडी पार्टी नूं डब्बू कहंदे सी, फिर तुहाडे शब्दां च हुण बसपा नूं तुसीं डब्बू कहंदे हो कि उन्हां नूं किते ना किते दबाता। असीं डब्बू नहीं सी, मैं ये कहा कि सानूं भावें तुसीं डब्बू कहंदे सी पर असीं गठबंधन धर्म निभाया। समय की नज़ाकत नूं वेखदे होए एक जरूरी सवाल, वैसे तां भाजपा दा एक कल्चर है नहीं कि मुख मंत्री दा चेहरा देख के चोण मैदान दे विच लड़न, पर एक दौड़ हुंदी है, उस दौड़ दे विच 3-4 कैंडीडेट
ਹੁੰਦੇ ਨੇ ਧਿਆਨ ਦੇ ਵਿੱਚ ਕਿ ਜੇਕਰ ਪੰਜਾਬ ਜਿੱਤ ਜਾਂਦੇ ਆ ਤਾਂ ਇਸ ਨੂੰ ਮੁੱਖ ਮੰਤਰੀ ਬਣਾਵਾਂਗੇ। ਆਮ ਆਦਮੀ ਪਾਰਟੀ ਨੇ ਭਗਵੰਤ ਮਾਨ ਉਤਾਰ ਦਿੱਤੇ, ਅਕਾਲੀ ਬਸਪਾ ਚੋਂ ਸਾਫ਼ ਨਜ਼ਰ ਆ ਰਿਹਾ ਕਿ ਸੁਖਬੀਰ ਸਿੰਘ ਬਾਦਲ ਹੀ ਹੋਣਗੇ। ਦੂਸਰੇ ਪਾਸੇ ਕੱਲ ਰਾਹੁਲ ਵੀ ਆਏ ਹੋਏ ਸੀ, ਰਾਹੁਲ ਗਾਂਧੀ, ਉਹ ਵੀ ਕਿਤੇ ਨਾ ਕਿਤੇ ਕਹਿ ਗਏ ਕਿ ਮੈਂ ਵਰਕਰਾਂ ਦੇ ਨਾਲ ਗੱਲਬਾਤ ਕਰਾਂਗਾ ਤੇ ਚਿਹਰਾ ਦੇ ਕੇ ਚੋਣਾਂ ਲੜਨ ਦੀ ਕੋਸ਼ਿਸ਼ ਕਰਾਂਗਾ। ਤੇ ਭਾਜਪਾ ਦੇ ਉਹ ਕਿਹੜੇ 3-4 ਚਿਹਰੇ ਹੋ ਸਕਦੇ, ਕਿਉਂਕਿ ਗਜੇਂਦਰ ਸ਼ੇਖਾਵਤ ਕਹਿ ਕੇ ਗਏ ਸੀ ਕਿ ਵੀ ਪੰਜਾਬ ਦਾ ਪੋਤੀ ਪੰਜਾਬ ਦਾ ਮੁੱਖ ਮੰਤਰੀ ਹੋਏਗਾ ਜੇਕਰ ਭਾਜਪਾ ਜਿੱਤ ਜਾਂਦੀ ਹੈ। ਨਿਸੰਦੇਹ ਉਹਨਾਂ ਦਾ ਪੰਜਾਬ ਦਾ ਪੋਤੀ ਪੰਜਾਬ ਦਾ ਮੁੱਖ ਮੰਤਰੀ ਹੋਏਗਾ ਔਰ ਇਹਦੇ 'ਚ ਕੋਈ ਦੋਏ ਰਾਏ ਨਹੀਂ। ਔਰ ਭਾਰਤੀ ਜਨਤਾ ਪਾਰਟੀ 'ਚ ਕਿਤੇ ਵੀ ਐਸਾ ਨਹੀਂ ਹੁੰਦਾ ਕਿ ਕੌਣ ਮੁੱਖ ਮੰਤਰੀ ਹੋਏਗਾ। ਇੱਕ ਗੱਲ ਹੋਰ ਕਿ ਪੰਜਾਬ ਦਾ ਫੇਸ ਸਿੱਖ ਫੇਸ, ਸਰਦਾਰ ਫੇਸ, ਭਾਜਪਾ ਇਸ ਗੱਲ ਵੱਲ ਕਿੰਨਾ ਕੁ ਤਰਜੀਹ ਦਿੰਦੀ ਹੈ। ਔਰ ਦੂਸਰੀ ਗੱਲ ਕਿ ਜੇਕਰ ਪੰਜਾਬ ਦਾ ਪੋਤੀ ਹੋਏਗਾ ਤੇ ਗਠਬੰਧਨ ਜਾਂ ਗੱਠਜੋੜ ਤਾਂ ਫਿਰ ਕੈਪਟਨ ਸਾਹਿਬ ਨਾਲ ਵੀ ਹੋਇਆ ਕਿ ਉਹਨਾਂ ਦਾ ਚਿਹਰਾ ਅੱਗੇ ਕਰ ਸਕਦੇ ਹੋ ਤੁਸੀਂ? ਦੇਖੋ ਇਹਦੇ ਤੇ ਅਸੀਂ ਅੱਜ ਦੀ ਦਿਨ 'ਚ ਕੁਝ ਨਹੀਂ, ਕਿਉਂਕਿ ਇਹ ਹਾਈ ਕਮਾਂਡ ਦੀ ਗੱਲ ਹੈ। ਦੂਸਰੀ ਜਿਹੜੀ ਹੈ ਕਿ ਪੰਜਾਬ ਦਾ ਚਿਹਰਾ ਕੌਣ ਹੋਏਗਾ, ਹਾਂਜੀ, ਇਹ ਪੰਜਾਬ ਦਾ ਪੁੱਤ ਹੋਏਗਾ, ਇਹ ਮੇਰਾ ਖਿਆਲ ਇਹ ਸਭ ਤੋਂ ਜ਼ਿਆਦਾ ਉਚਿਤ ਹੈ। ਔਰ ਇਹ ਨਹੀਂ ਕਿ ਕਿਹੜੀ ਜਾਤੀ ਦਾ ਹੋਏਗਾ, ਕਿਹੜੇ ਧਰਮ ਦਾ ਹੋਏਗਾ, ਕਿਹਦੇ ਨਾਲ ਸੰਬੰਧ ਰੱਖਦਾ ਹੋਏਗਾ, ਕਿਹਦੇ ਨਾਲ ਉਹਦੀ ਬਣਦੀ ਹੋਏਗੀ, ਕਿਹਦੇ ਨਾਲ ਬਣਦੀ ਹੋਏਗੀ, ਨਹੀਂ। ਇਸ ਪ੍ਰਦੇਸ਼ ਨੂੰ ਭਾਈਚਾਰਕ ਸਾਂਝ ਨੂੰ ਮਜ਼ਬੂਤ ਕੌਣ ਕਰ ਸਕਦਾ ਹੈ? ਉਹ ਭਾਰਤੀ ਜਨਤਾ ਪਾਰਟੀ। ਔਰ ਭਾਰਤੀ ਜਨਤਾ ਪਾਰਟੀ ਜਿਹਦੇ ਤੇ ਵੀ ਕਹਿ ਦੇ ਔਰ ਸਾਰੀ ਇਕਜੁੱਟਤਾ, ਇਹ ਸਾਡਾ ਇਸ਼ੂ ਹੁੰਦਾ। ਕੌਣ ਬਣੇਗਾ, ਕਿਸ ਜਾਤੀ ਨਾਲ ਹੋਏਗਾ, ਕਿਸ ਧਰਮ ਨਾਲ ਹੋਏਗਾ, ਇਹਦਾ ਸਾਡਾ ਕੋਈ ਲੈਣਾ ਦੇਣਾ ਨਹੀਂ ਹੋਣਾ ਚਾਹੀਦਾ। ਪਰ ਪੰਜਾਬ ਦਾ ਹੋਏਗਾ, ਪੰਜਾਬ ਨੂੰ ਸਮਝਣ ਵਾਲਾ ਹੋਏਗਾ, ਪੰਜਾਬ ਨੂੰ ਅੱਗੇ ਲਿਜਾਣ ਵਾਲਾ ਹੋਏਗਾ, ਇਹ ਸਾਡਾ ਮੁੱਖ ਮੁੱਦਾ ਰਹੇਗਾ। ਔਰ ਇਹਦੇ ਤੇ ਜਿਹੜੇ ਭਾਰਤੀ ਜਨਤਾ ਪਾਰਟੀ ਦੀ ਹਾਈ ਕਮਾਂਡ ਹੈ ਬੜਾ ਮੰਥਨ ਕਰਨ ਤੋਂ ਬਾਅਦ ਹੀ ਵਿਚਾਰ ਕਰਕੇ। ਬਿਲਕੁਲ। ਸੋ ਹੁਣ ਤੁਸੀਂ ਫਗਵਾੜਾ ਵਿਧਾਨ ਸਭਾ ਹਲਕਾ ਸੀਟ ਤੋਂ ਚੋਣ ਮੈਦਾਨ 'ਚ ਉਤਰ ਗਏ ਹੋ। ਸ਼ੁਰੂਆਤ 'ਚ ਮੈਂ ਪੁੱਛਿਆ ਸੀ ਮੁੱਦੇ ਕੀ ਨੇ, ਤੁਸੀਂ ਦੱਸਿਆ ਕਿ ਤੁਸੀਂ ਕੀ ਕਰ ਚੁੱਕੇ ਹੋ, ਹੁਣ ਉਹਨਾਂ ਦਾ ਹੀ ਹਵਾਲਾ ਦੇ ਕੇ ਤੁਸੀਂ ਵੋਟ ਮੰਗੋਗੇ। ਅੱਜ ਦੀ ਡੇਟ 'ਚ ਫਗਵਾੜੇ ਦੀਆਂ ਸਮੱਸਿਆਵਾਂ ਕੀ ਨੇ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਫਗਵਾੜੇ ਨੂੰ ਕਿੱਥੇ ਕੁ ਖੜਾ ਕਰੋਗੇ? ਦੇਖੋ, ਮੈਂ ਪਹਿਲਾਂ ਵੀ ਜਿਹੜੀ ਕੰਮ ਕੀਤਾ, ਲੋਕਾਂ ਦੀਆਂ ਡਿਮਾਂਡਾਂ ਨੂੰ ਸੁਣਿਆ, ਸਮਝਿਆ ਔਰ ਉਹਨਾਂ ਦੀਆਂ ਹਰ ਉਚਿਤ ਡਿਮਾਂਡ ਨੂੰ ਪੂਰਾ ਕੀਤਾ ਹੈ। ਜਦੋਂ ਮੈਂ ਕੇਂਦਰੀ ਮੰਤਰੀ ਸੀ ਉਦੋਂ ਉਸ ਲੈਵਲ ਦੀਆਂ ਸੁਣਦਾ ਸੀ, ਅੱਜ ਕੱਲ੍ਹ ਨੂੰ ਵਿਧਾਇਕ ਲੈਵਲ ਤੇ ਹੋਵਾਂਗੇ ਤੇ ਕੱਲ੍ਹ ਨੂੰ ਉਸ ਲੈਵਲ ਤੇ ਸੁਣਾਂਗੇ। ਔਰ ਇਹ ਜ਼ਰੂਰ ਹੈ ਕਿ ਵੀ ਜਿਹੜਾ ਤੁਸੀਂ ਵਿਸ਼ਵਾਸ ਕਰੋਗੇ ਉਹ ਵਿਸ਼ਵਾਸ ਦੇ ਉੱਤੇ ਖਰੇ ਉਤਰਾਂਗੇ। ਪਹਿਲਾਂ ਅਸੀਂ ਜਦੋਂ ਮੈਂ ਆਇਆ ਸੀ ਤਾਂ ਉਦੋਂ ਅਸੀਂ ਕਹਿੰਦੇ ਸੀ ਕਿ ਪਹਿਲਾਂ ਇਸਤੇਮਾਲ ਕਰੋ ਫਿਰ ਵਿਸ਼ਵਾਸ ਕਰੋ। ਹੁਣ ਤਾਂ ਅਸੀਂ ਕਹਿੰਦੇ ਹਾਂ ਕਿ ਤੁਸੀਂ ਇਸਤੇਮਾਲ ਕੀਤਾ ਹੈ, ਹੁਣ ਵਿਸ਼ਵਾਸ ਨੂੰ ਹੋਰ ਮਜ਼ਬੂਤ ਵਿਸ਼ਵਾਸ ਕਰੋ। ਅੱਜ ਪੰਜਾਬ ਨੂੰ ਵੱਡੇ ਉਦਯੋਗਾਂ ਦੀ ਲੋੜ ਹੈ, ਅੱਜ ਪੰਜਾਬ ਨੂੰ ਐਗਰੀਕਲਚਰ ਦੇ ਉੱਤੇ ਬੇਸਡ ਜਿਹੜੀ ਹੈ ਇੰਡਸਟਰੀ ਦੀ ਲੋੜ ਹੈ, ਅੱਜ ਪੰਜਾਬ ਨੂੰ ਵਪਾਰੀ ਨੂੰ ਜਿਹੜਾ ਉਹ ਸੁਰੱਖਿਅਤ ਕਰਨ ਦੀ ਲੋੜ ਹੈ। ਔਰ ਇਹਨਾਂ ਸਾਰਿਆਂ ਦੇ ਲਈ ਭਾਈਚਾਰਕ ਸਾਂਝ ਦੀ ਮਜ਼ਬੂਤੀ ਦੀ ਲੋੜ ਹੈ। ਇਹਨਾਂ ਸਾਰਿਆਂ ਨੂੰ ਕਰਨ ਦੇ ਲਈ ਅਗਰ ਕੋਈ ਐਸੀ ਕੋਈ ਆਸ ਵਿਸ਼ਵਾਸ ਕੀਤੀ ਜਾ ਸਕਦੀ, ਉਹ ਸਿਰਫ ਤੇ ਸਿਰਫ ਭਾਰਤੀ ਜਨਤਾ ਪਾਰਟੀ ਤੇ ਕੀਤੀ ਜਾ ਸਕਦੀ। ਸੋ ਮੈਂ ਸਾਰਿਆਂ ਨੂੰ ਅਪੀਲ ਕਰਾਂਗਾ ਕਿ ਤੁਸੀਂ ਇਸ ਵਾਰ ਭਾਜਪਾ ਨੂੰ ਜ਼ਰੂਰ ਮੌਕਾ ਦਿਓ ਤਾਂ ਕਿ ਨਵਾਂ ਪੰਜਾਬ ਭਾਜਪਾ ਦੇ ਨਾਲ ਕਰਕੇ ਅਸੀਂ ਖੁਸ਼ਹਾਲ ਪੰਜਾਬ ਵੱਲ ਅੱਗੇ ਵਧੀਏ। ਬਹੁਤ ਬਹੁਤ ਬਿਲਕੁਲ। ਸੋ ਇਹ ਨੇ ਵਿਜੇ ਸਾਂਪਲਾ ਜੀ, ਜੋ ਸਾਬਕਾ ਕੇਂਦਰੀ ਮੰਤਰੀ ਵੀ ਨੇ ਤੇ ਅਨੁਸੂਚਿਤ ਜਾਤੀ ਕਮਿਸ਼ਨ ਦੇ ਚੇਅਰਮੈਨ ਵੀ ਨੇ ਤੇ ਹੁਣ ਭਾਜਪਾ ਨੇ ਵਿਧਾਨ ਸਭਾ ਹਲਕਾ ਫਗਵਾੜਾ ਤੋਂ ਚੋਣ ਮੈਦਾਨ ਦੇ ਵਿੱਚ ਉਤਾਰ ਦਿੱਤਾ ਹੈ। ਵਿਜੇ ਸਾਂਪਲਾ ਦੇ ਭਾਜਪਾ ਵੱਲੋਂ ਚੋਣ ਮੈਦਾਨ ਦੇ ਵਿੱਚ ਉਤਰਨ ਦੇ ਨਾਲ ਫਗਵਾੜਾ ਹਲਕੇ ਦਾ ਜੋ ਤਿਕੋਣਾ ਮੁਕਾਬਲਾ ਸੀ ਉਹ 4 ਕੋਨਾ ਹੁੰਦਾ ਹੋਇਆ ਤੇ ਮੈਦਾਨ ਹੋਰ ਵੀ ਭਖਦਾ ਹੋਇਆ ਨਜ਼ਰ ਆ ਰਿਹਾ ਹੈ, ਕਿਉਂਕਿ ਇੱਥੋਂ ਉਤਰੇ ਹੋਏ ਚਾਰੋਂ ਪਾਰਟੀਆਂ ਦੇ ਆਗੂ ਧੁਰੰਦਰ ਨੇ। ਹੁਣ ਦੇਖਣਾ ਹੋਏਗਾ ਕਿ ਫਗਵਾੜੇ ਵਾਲੇ ਕਿਸ ਨੂੰ ਜਿਤਾਉਂਦੇ ਨੇ, ਕਿਸ ਨੂੰ ਸੇਵਾ ਦਾ ਮੌਕਾ ਦਿੰਦੇ ਨੇ। ਫੈਸਲਾ ਫਗਵਾੜੇ ਵਾਲਿਆਂ ਦੇ ਹੱਥ ਵਿੱਚ ਹੈ। ਸੋ ਹੁਣ ਦੇ ਲਈ ਇੰਨਾ ਹੀ। ਅਗਲੀ ਕੜੀ ਦੇ ਵਿੱਚ ਕਿਸੇ ਹੋਰ ਸਿਆਸੀ ਸ਼ਖਸੀਅਤ ਦੇ ਨਾਲ ਫਿਰ ਤੋਂ ਹਾਜ਼ਰ ਹੋਵਾਂਗੀ। ਹੁਣ ਮੈਨੂੰ ਪਰਮਜੀਤ ਕੌਰ ਸੈਣੀ ਨੂੰ ਦੇ ਇਜਾਜ਼ਤ। ਤੁਸੀਂ ਵੇਖਦੇ ਰਹੋ ਅਜੀਤ ਵੈਬ ਟੀਵੀ। ਧੰਨਵਾਦ। ਸਤਿ ਸ਼੍ਰੀ ਅਕਾਲ। ਦੇਸ਼ ਦੁਨੀਆ ਦੀਆਂ ਤਾਜ਼ਾ ਖਬਰਾਂ ਦੇ ਲਈ ਹੁਣੇ ਪਲੇ ਸਟੋਰ ਤੋਂ ਡਾਊਨਲੋਡ ਕਰੋ ਪੰਜਾਬ ਦੀ ਆਵਾਜ਼ ਅਜੀਤ ਨਿਊਜ਼ ਐਪ। ਹੁਣ ਤੁਹਾਡਾ ਆਪਣਾ ਅਜੀਤ ਹਰ ਸੋਸ਼ਲ ਮੀਡੀਆ ਪਲੇਟਫਾਰਮ ਦੇ ਉੱਤੇ ਉਪਲਬਧ ਹੈ। ਫੇਸਬੁੱਕ ਦੇ ਉੱਤੇ ਹੁਣੇ ਲਾਈਕ ਤੇ ਫੋਲੋ ਕਰੋ ਅਜੀਤ ਦਾ ਅਫੀਸ਼ੀਅਲ ਪੇਜ ਡੇਲੀ ਅਜੀਤ, ਤੇ ਹਾਂ ਨਾਲ ਹੀ ਦੋਸਤਾਂ ਨੂੰ ਪੇਜ ਲਾਈਕ ਕਰਨ ਦੇ ਲਈ ਇਨਵਾਈਟ ਕਰਨਾ ਨਾ ਭੁੱਲਣਾ। ਇੰਨਾ ਹੀ ਨਹੀਂ, ਹਿੰਦੀ ਦੇ ਵਿੱਚ ਖਬਰਾਂ ਵਾਸਤੇ ਲਾਈਕ ਤੇ ਫੋਲੋ ਕਰੋ ਸਾਡਾ ਫੇਸਬੁੱਕ ਪੇਜ ਅਜੀਤ ਸਮਾਚਾਰ ਹਿੰਦੀ। YouTube ਦੇ ਉੱਤੇ ਵੀਡੀਓ ਖਬਰਾਂ ਦੇਖਣ ਦੇ ਲਈ ਹੁਣੇ ਸਬਸਕ੍ਰਾਈਬ ਕਰੋ ਅਜੀਤ ਦਾ ਅਫੀਸ਼ੀਅਲ YouTube ਚੈਨਲ ਅਜੀਤ ਵੈਬ ਟੀਵੀ। ਤੁਹਾਡਾ ਆਪਣਾ ਅਜੀਤ ਹੁਣ ਟਵਿੱਟਰ ਤੇ ਇੰਸਟਾਗ੍ਰਾਮ ਦੇ ਉੱਤੇ ਵੀ ਉਪਲਬਧ ਹੈ। ਟਵਿੱਟਰ ਦੇ ਉੱਤੇ ਖਬਰਾਂ ਦੇ ਲਈ ਫੋਲੋ ਕਰੋ ਡੇਲੀ ਅਜੀਤ ਤੇ ਇੰਸਟਾਗ੍ਰਾਮ ਦੇ ਉੱਤੇ ਖਬਰਾਂ ਦੇ ਨਾਲ ਵੀਡੀਓ ਦੇਖਣ ਦੇ ਲਈ ਫੋਲੋ ਕਰੋ ਬਲੂ ਟਿਕ ਵਾਲਾ ਸਾਡਾ ਅਫੀਸ਼ੀਅਲ ਚੈਨਲ ਡੇਲੀ ਅਜੀਤ। ਇੰਨਾ ਹੀ ਨਹੀਂ, ਅਜੀਤ ਦੇ ਵੀਡੀਓ ਹੁਣ ਤੁਸੀਂ ਐਪਲ ਟੀਵੀ ਦੇ ਉੱਤੇ ਵੀ ਵੇਖ ਸਕਦੇ ਹੋ ਤੇ ਨਾਲ ਹੀ ਅਜੀਤ ਅਖਬਾਰ ਦਾ ਡਿਜੀਟਲ ਐਡੀਸ਼ਨ ਪੜ੍ਹਨ ਦੇ ਲਈ ਡਾਊਨਲੋਡ ਕਰੋ ਅਜੀਤ
ਈ-ਪੇਪਰ ਐਪ। ਤੁਹਾਡਾ ਆਪਣਾ ਭਰੋਸੇਯੋਗ ਚੈਨਲ, ਤੁਹਾਡੀ ਆਪਣੀ ਆਵਾਜ਼, ਪੰਜਾਬ ਦੀ ਆਵਾਜ਼, ਅਜੀਤ।